जी नाजरीन अस्सलाम वालेकुम, क्या हाल है? ठीक ठाक है, उम्मीद करता हूँ खैरियत से होंगे। अल्हम्दुलिल्लाह मैं भी बिल्कुल ठीक ठाक हूँ। और आज फिर मेरे साथ दोबारा आ गए उमैर भाई। क्या हाल है उमैर भाई? ठीक है। ठीक ठाक हाफिज जी, ਤੁਸੀਂ ਸੁਣਾਓ ਦੋਸਤੋ? ਅਸਲਾਮ ਵਾਲੇਕਮ ਸਭ ਦੋਸਤਾਂ ਨੂੰ ਜਿਨ੍ਹਾਂ ਦੋਸਤਾਂ ਨੇ ਸਪੋਰਟ ਕੀਤੀ, ਸਾਨੂੰ ਇੰਨੀ ਇੱਜ਼ਤ ਦਿੱਤੀ। ਹਾਫਿਜ ਜੀ ਇੰਨੀ ਮੈਨੂੰ ਕਸਮ ਅੱਲਾ ਦੀ ਇੰਨੀ ਇੱਜ਼ਤ ਦੇ ਛੜੀ ਹੈ ਨਾ, ਜਿੰਨੇ ਮੇਰੇ ਦੋਸਤਾਂ ਨੇ ਟਿਕਟੌਕ ਦੇ ਉੱਤੇ YouTube ਦੇ ਉੱਤੇ। अच्छा जी। ਤੇ ਹਾਫਿਜ ਜੀ ਤੁਹਾਨੂੰ ਪਤਾ ਹੈ ਇੱਜ਼ਤ ਤੇ ਸਾਰਾ ਕੁਝ, ਇੱਜ਼ਤ ਨਹੀਂ ਨਾ ਤੇ ਕੁਝ ਵੀ ਨਹੀਂ ਹੈ। ਬਿਲਕੁਲ ਬਿਲकुल ਇਸਨੇ ਉਮੈਰ ਭਾਈ, ਮੈਂ ਜੇ ਜੱਜ ਕਰ ਰਿਹਾ ਸੀ ਕਿ ਜਦੋਂ ਮੈਂ ਤੁਹਾਡੀ ਵੀਡੀਓ ਅਪਲੋਡ ਕਰਨਾ ਵਾ ਨਾ, ਤੇ ਪਹਿਲੇ 2-3 ਘੰਟਿਆਂ ਦੇ ਵਿੱਚ ਤਕਰੀਬਨ 2 ਤੋਂ 3000 ਵਿਊਜ਼ ਆ ਜਾਂਦੇ ਨੇ ਨਾ। ਤੇ ਮਤਲਬ ਘੱਟ ਵੀਡੀਓ ਨੇ ਇਸ ਤਰ੍ਹਾਂ ਦੀਆਂ ਕਿ ਜਿੰਦੇ ਉੱਤੇ ਜਿਹੜਾ ਨਾ ਇਤਨੇ ਜ਼ਿਆਦਾ ਵਿਊਜ਼ ਆ ਜਾਂਦੇ ਨੇ। ਤੇ ਮਾਸ਼ਾਅੱਲਾ ਲੋਕ ਜਿਹੜੇ ਨੇ ਉਹ ਬਹੁਤ ਪਸੰਦ ਕਰ ਰਹੇ ਨੇ। ਤੁਹਾਡੀ ਸਟੋਰੀ ਦੇ ਵਿੱਚ ਬੜੀ ਇੰਟਰਸਟਿੰਗ ਲੈ ਰਹੇ ਨੇ ਕਿ ਉਮੈਰ ਭਾਈ ਦੀ ਸਟੋਰੀ ਬੜੀ ਜ਼ਬਰਦਸਤ ਤੇ ਕਮਾਲ ਹੈ। ਤੇ ਚਲੋ ਇਨਸ਼ਾਅੱਲਾ ਅਸੀਂ ਸ਼ੁਰੂ ਕਰਦੇ ਹਾਂ। ਲਾਸਟ ਸਟੋਰੀ ਵਿੱਚ ਅਸੀਂ ਪਹੁੰਚ ਗਏ ਸੀ ਤਹਿਰਾਨ ਵਾਸਤੇ ਤਿਆਰੀ ਸੀ। ਬੰਬ ਚੌਂਕੀ ਤੇ ਤਹਿਰਾਨ ਵਾਸਤੇ ਤਿਆਰੀ ਸੀ, ਤੁਸੀਂ ਨਿਕਲ ਗਏ। ਜ਼ੈਦਾਨ ਤੋਂ ਤੁਹਾਡੀ ਬੱਸ ਰਵਾਨਾ ਹੋ ਗਈ। ਹਾਂਜੀ ਹਾਫਿਜ ਤੇ ਹਾਂਜੀ ਤੁਸੀਂ ਜ਼ੈਦਾਨ ਤੋਂ ਨਿਕਲ ਗਏ। ਉਥੋਂ ਸਮਾਨ ਵਗੈਰਾ ਕੀ ਲਿਆ ਸੀ? ਹਾਫਿਜ ਜੀ ਉੱਥੇ ਸਮਾਨ ਹੀ ਲੈਣਾ ਸੀ, ਬੋਤਲਾਂ ਸ਼ੋਤਲਾਂ ਲੈ ਲਈਆਂ, ਚਿਪਸ ਲੈ ਲਈ, ਹਾਂ ਕੁਕੜਾ ਸੌ ਲੈ ਲਏ, ਕੀਮੇ ਦੇ ਜਿਹੜੇ ਗੋਸ਼ਤ ਦੇ ਪੈਕਟ ਹੁੰਦੇ ਆ ਛੋਟੇ ਮੋਟੇ, ਉਹ ਬੈਗ ਦੇ ਵਿੱਚ ਪਾ ਲਏ। ਹੋਰ ਬੜਾ ਸਮਾਨ। ਉੱਥੇ ਹੋਟਲ ਤੇ ਜਾ ਕੇ ਰੋਟੀ ਨਹੀਂ ਸੀ ਖਾਧੀ? ਹੋਟਲ ਤੇ ਹਾਫਿਜ ਜੀ ਰੋਟੀ ਕਿਉਂ ਨਹੀਂ ਖਾਣੀ? ਉੱਤੇ ਵਾਲਾ ਜਿਹੜਾ ਹੋਟਲ ਸੀ? ਹਾਂਜੀ ਹਾਂਜੀ, ਉੱਥੇ ਜਦੋਂ ਬਸ ਹਾਲ ਦੇ ਵਿੱਚ ਵੜੀਏ ਨਾ ਤੇ ਹਾਲ ਸਾਹਿਬ ਤਾਂ ਜਾਈਏ ਨਾ, ਤੇ ਉੱਥੇ ਇੱਕ ਹੋਟਲ ਹੈ, ਉੱਥੋਂ ਰੋਟੀ ਛੋਟੀ ਬੈਗ ਖਾਧੀ ਸੀ। ਮੈਂ ਤੇ ਮੇਰੇ ਦੋਸਤਾਂ ਸੀ ਸਾਰੇ ਇਕੱਠੇ ਜਿੱਟ ਬੈਗ ਨਾਲ ਉੱਥੇ ਰੋਟੀ ਛੋਟੀ ਖਾਧੀ। ਕੀ ਨਾ ਪਲਾਸਟਿਕ ਦੇ ਚਾਵਲ ਦਿੱਤੇ ਸਨ? ਹਾਫਿਜ ਜੀ ਪਲਾਸਕਟ ਦੇ ਚਾਵਲ ਹਾਜੇ ਠੀਕ ਹੈ। ਉੱਤੇ ਗੋਸ਼ਤ ਪਾਇਆ ਸੀ ਉਹਨਾਂ, ਬੋਟੀ ਜੋ ਵੀ ਹੁਣ। ਤੇ ਉੱਥੇ ਰੋਟੀ ਛੋਟੀ ਖਾਧੀ। ਫਿਰ ਹਾਫਿਜ ਜੀ ਅਸੀਂ ਟਿਕਟਾਂ ਟੁਕਟਾਂ ਲਈਆਂ ਤਹਿਰਾਨ ਦੀਆਂ। ਅਸੀਂ ਰਵਾਨਾ ਹੋਏ ਹਾਫਿਜ ਜੀ। ਅੱਛਾ। ਤੇ ਬੱਸ ਦੇ ਵਿੱਚ ਅਸੀਂ ਹਾਫਿਜ ਜੀ ਬੈਠੇ ਤੇ ਬੱਸ ਚੱਲਣਾ ਸ਼ੁਰੂ ਹੋਈ। ਤਕਰੀਬਨ ਮੇਰੇ ਖਿਆਲ ਨਾਲ 10-12 ਘੰਟਿਆਂ ਬਾਅਦ ਜਾ ਕੇ ਨਾ, ਤੇ ਅੱਗੇ ਆਉਂਦੀ ਹੈ ਬੰਬ ਚੌਂਕੀ। ਅੱਛਾ। ਜਿਹੜੀ ਮਸਲਨ ਬੰਦੇ ਪੈਦਲ ਦੀ ਵੀ ਗੇਮ ਕੱਢਦੇ ਨੇ ਨਾ, ਤੇ ਉਹ ਸਭ ਤੋਂ ਪਹਿਲਾਂ ਆਉਂਦੇ ਨੇ ਬੰਬ ਚੌਂਕੀ ਕ੍ਰਾਸ ਹੋਈ ਤੇ ਬੰਦਾ ਤੁਰਕੀ ਪਹੁੰਚ ਜਾਂਦਾ। ਤੇ ਉਹ ਤੁਸੀਂ ਪਹਿਲੀ ਗੇਮ ਦੇ ਵਿੱਚ ਬੰਬ ਚੌਕੀ ਦਾ ਜ਼ਿਕਰ ਨਹੀਂ ਕੀਤਾ? ਨਾ ਉਹ ਹਾਫਿਜ ਜੀ ਇਰਾਨ ਪਹੁੰਚੇ ਨਹੀਂ, ਉਹ ਤੇ ਪਾਕਿਸਤਾਨੀ ਫੌਜੀਆਂ ਇੱਥੋਂ ਰੱਖ ਫੜ ਲਿਆ ਸੀ। ਤੇ ਫਿਰ ਹਾਫਿਜ ਜੀ ਅਸੀਂ ਉੱਥੇ ਉਤਰੇ। ਅੱਛਾ। ਤੇ ਉਹਨਾਂ ਸਾਨੂੰ ਹਾਫਿਜ ਬੰਬ ਚੌਕੀ ਕਿਉਂ ਕਹਿੰਦੇ ਨੇ? ਬੰਬ ਚੌਂਕੀ ਹਾਫਿਜ ਜੀ, ਬੰਬ ਚੌਂਕੀ ਨਾਮ ਹੁਣ ਸਾਡੇ ਪਾਕਿਸਤਾਨੀ ਜਿੰਨੇ ਵੀ ਡੈਂਕੀ ਲਾਗ ਜਾਂਦੇ ਨੇ ਬੰਬ ਚੌਂਕੀ ਆਂਦੇ ਨੇ, ਪਿੱਛੋਂ ਵੀ ਬੰਦੇ ਆਂਦੇ ਨੇ ਬੰਬ ਚੌਂਕੀ। ਧਿਆਨ ਨਾਲ ਕ੍ਰਾਸ ਹੋ ਗਈ ਸਮਝੋ ਤੁਸੀਂ। ਨਹੀਂ ਕਿ ਉੱਥੇ ਉਹਨਾਂ ਬੰਬ ਦੱਬੇ ਨੇ ਜਾਂ ਬੰਬ ਨਹੀਂ ਹਾਫਿਜ ਜੀ, ਉੱਥੇ ਸਖਤੀ ਬੜੀ ਏ। ਮਸਲਨ ਕਿ ਤੁਸੀਂ ਬੱਸ ਵੀ ਲੰਘਾਣੀ ਹੈ ਤੇ ਬੱਸ ਵੀ ਉਹਨਾਂ ਇੱਕ ਵਾਰੀ ਖਿਲਾਰ ਕੇ ਨਾ ਥੱਲੋਂ ਦੀ ਉਹਨਾਂ ਇੰਜ ਲਾਟਾਂ ਮਾਰ ਕੇ ਚੈੱਕ ਕਰਨੀ ਹੈ ਬੱਸ ਦੇ ਵਿੱਚ ਕੋਈ ਗੈਰ ਕਾਨੂੰਨੀ ਚੀਜ਼ ਤੇ ਨਹੀਂ ਹੈ। ਫਿਰ ਹਾਫਿਜ ਜੀ ਅਸੀਂ ਇੱਕ ਇੱਕ ਕਰਕੇ ਉਤਰੇ। ਇੱਕ ਦਫ਼ਤਰ ਸੀ ਉੱਥੇ, ਛੋਟਾ ਜਿਹਾ ਕਮਰਾ ਬਣਿਆ। ਹਾਂਜੀ ਛੋਟਾ ਜਿਹਾ ਕਮਰਾ ਹਾਫਿਜ ਜੀ। ਉਹ ਅੰਦਰ ਅਸੀਂ ਇੱਕ ਬੰਦਾ ਐਂਟਰ ਲੈਣ ਲੱਗੀ, ਐਂਟਰ ਹੋਈ ਜਾਂਦਾ ਸੀ। ਉਹ ਜਿਹੜਾ ਨਾ ਬੈਗ ਦੇ ਵਿੱਚੋਂ ਮਸਲਨ ਕਿ ਬੈਗ ਚੈੱਕ ਕਰਦੇ ਹਨ, ਬੰਦੇ ਦਾ ਬੈਗ ਚੈੱਕ ਕਰਕੇ ਜੇਬਾਂ ਬੂਟ ਹਰ ਚੀਜ਼ ਥੱਲੋਂ ਇੰਜ ਹਾਫਿਜ ਜੀ ਇੰਜ ਬੰਦੇ ਨੂੰ ਇੰਜ ਸਾਰਾ ਵਹਿੰਦੇ ਹਨ, ਕੰਨ ਇੰਜ ਇੱਕ ਇੱਕ ਚੀਜ਼ ਦੀ ਤਲਾਸ਼ੀ ਲੈਂਦੇ ਹਨ। ਫਿਰ ਹਾਫਿਜ ਜੀ ਤਕਰੀਬਨ ਸਾਨੂੰ ਅੱਧਾ ਇੱਕ ਚੀਜ਼ ਤੋਂ ਮੁਰਾਦ ਤੁਹਾਡਾ ਜੋ ਸਮਝ ਗਿਆ ਉਹ ਨਹੀਂ ਹਾਫਿਜ ਜੀ ਉਹ ਉੱਥੇ ਤੱਕ ਨਹੀਂ ਪਹੁੰਚੇ। ਉੱਥੇ ਸਿਰਫ ਹਾਫਿਜ ਜੀ ਮਸ਼ੀਨ ਹੀ ਲਾਉਂਦੇ ਹਨ। ਅੱਛਾ ਠੀਕ ਹੋ ਗਿਆ। ਉੱਥੇ ਤੱਕ ਪਹੁੰਚਣਾ ਹਾਫਿਜ ਜੀ ਕੰਮ ਗੱਲ ਏ। ਤੇ ਮੈਂ ਕਿਹਾ ਸ਼ਾਇਦ ਹੋ ਸਕਦਾ ਚੈੱਕ ਕਰਾ ਹੋ। ਨਹੀਂ ਹਾਫਿਜ ਜੀ, ਤੇ ਕਈ ਹੁੰਦੇ ਨੇ ਭੈਣ ਜੀ ਆਖੋ ਟੂ ਛੱਡਦੇ ਨੇ, ਤੁਹਾਨੂੰ ਪਤਾ ਨਹੀਂ ਸ਼ਰਮ ਕਰਦੇ ਆ ਹੋ ਜੀ। ਹਾਂ ਬਿਲਕੁਲ ਇਸ ਲਈ। ਤੇ ਫਿਰ ਹਾਫਿਜ ਜੀ ਘੰਟਾ ਡੇਢ ਸਾਨੂੰ ਤਕਰੀਬਨ ਉੱਥੇ ਲੱਗ ਗਿਆ। ਹਾਂ ਫਿਰ ਅਸੀਂ ਬੱਸਾਂ ਦੇ ਵਿੱਚ ਬੈਠੇ ਠੀਕ ਹੈ, ਤੇ ਬੱਸ ਰਵਾਨਾ ਹੋਈ। ਫਿਰ ਅੱਗੋਂ ਅਸੀਂ ਇੱਕ 3-4 ਘੰਟਿਆਂ ਬਾਅਦ ਬੱਸ ਵਾਲਿਆਂ ਨੂੰ ਅਸੀਂ ਆਖਿਆ ਤੇ ਖਾਣਾ ਤੇ ਬੱਸ ਕਿਸੇ ਹੋਟਲ ਦੇ ਸਾਈਡ ਤੇ ਲਾ। ਉਹਨੇ ਲਾਈ ਪੈਟਰੋਲ ਪੰਪ ਤੇ ਉਹਨੇ ਬੱਸ ਖਲਾਰੀ ਹਾਫਿਜ ਜੀ। ਫਿਰ ਅਸੀਂ ਉੱਥੇ ਗਏ ਆ ਵਾਸ਼ਰੂਮ। ਬੱਸ ਸਵਾਰੀਆਂ ਕਿੰਨੀਆਂ ਸਨ? ਸਵਾਰੀਆਂ ਦੇ ਵਿੱਚ ਹਾਫਿਜ ਜੀ ਫੁੱਲ ਬੱਸ ਹੋਈ ਤੇ ਵਿੱਚ ਸਾਰੇ ਜਿਹੜਾ ਨਾ ਪਾਕਿਸਤਾਨੀ ਸਾਰੇ ਡੈਂਕੀ ਵਾਲੇ ਸਨ। ਡੈਂਕੀ ਵਾਲਿਆਂ ਨੇ ਪਾਸਪੋਰਟ ਤੇ ਵੀਜ਼ੇ ਲਵਾਏ ਹਨ ਉਹਨਾਂ ਨੇ, ਤੇ ਉਹ ਸਾਰੇ ਡੈਂਕੀ ਵਾਲਿਆਂ ਨੂੰ ਤਾਂ ਜਿਹੜਾ ਪੁੱਛਦਾ ਜਾਂਦੇ ਨੇ ਜ਼ਿਆਰਤ ਤੇ ਆਏ ਆ। ਨਾਲੇ ਸ਼ੱਕ ਨਾ ਹੋਏ ਜਦੋਂ ਫੌਜਾਂ ਦੇ ਸਾਹਮਣੇ ਲੰਘਦੇ ਅੱਲਾਹੂ ਸ਼ੱਕ ਨਾ ਹੋਏ ਬੰਦਿਆਂ ਨੂੰ ਹਾਫਿਜ ਜੀ। ਤੇ ਫਿਰ ਹਾਫਿਜ ਜੀ ਅਸੀਂ ਉੱਥੋਂ ਰੋਟੀ ਛੋਟੀ ਖਾਧੀ ਤੇ ਫਿਰ ਅਸੀਂ ਉੱਥੋਂ ਨਿਕਲੇ ਹੋਟਲ ਤੋਂ ਬਾਹਰ। ਬੱਸ ਦੇ ਵਿੱਚ ਬੈਠੇ ਪੂਰੇ ਹਾਫਿਜ ਜੀ ਮੇਰੇ ਤਕਰੀਬਨ 24-25 ਘੰਟਿਆਂ ਬਾਅਦ ਜਿਹੜੀ ਹੈ ਨਾ ਬੱਸ ਜਿਹੜੀ ਹੈ ਤਹਿਰਾਨ ਪਹੁੰਚੀ ਹੈ। ਅੱਛਾ ਇੰਨਾ ਟਾਈਮ ਲੱਗ ਗਿਆ? ਹਾਂਜੀ। ਤੇ ਫਿਰ ਹਾਫਿਜ ਜੀ ਜਦੋਂ ਅਸੀਂ ਤਹਿਰਾਨ ਫੁੱਲ ਸਰਦੀਆਂ ਸੀ ਜਿਸ ਟਾਈਮ ਨਿਕਲੇ ਸਾਂ? ਹਾਫਿਜ ਜੀ ਫੁੱਲ ਸਰਦੀਆਂ ਸੀ ਤੇ ਸਮਝੋ ਮਰਨ ਦਾ ਮਕਾਮ ਹੀ। ਅੱਛਾ। ਤੇ ਉਦੋਂ ਅਸੀਂ ਨਿਕਲੇ ਹਾਂ। ਤੇ ਤਹਿਰਾਨ ਪਹੁੰਚਣ ਤੋਂ ਪਹਿਲੇ ਪਿੱਛੇ ਉਹਨੇ ਇੱਕ ਹੋਟਲ ਤੇ ਨਹੀਂ ਸੀ ਖਿਲਾਰਿਆ ਜਿੱਥੇ ਇੰਜ ਪਹਾੜੀ ਦੇ ਉੱਤੇ ਬਰਫ਼ ਪਈ ਸੀ, ਨਾਲਾ ਇੰਜ ਨਿਕਲਦਾ ਪਿਆ ਸੀ, ਪਾਣੀ ਉਹਦੇ ਚ ਚੱਲਦਾ ਪਿਆ ਸੀ ਖਾਲੀ ਦੇ ਵਿੱਚ, ਨਾਲ ਹੀ ਹੋਟਲ ਸੀ ਉੱਥੇ ਨਹੀਂ ਖੜਾ ਕੀਤਾ? ਨਹੀਂ ਹਾਫਿਜ ਜੀ ਕਿਉਂਕਿ ਇੱਥੋਂ ਚਾਂਗਾੜੀ ਤੇ ਬਹਿ ਕੇ ਆਏ ਹਾਂ ਅਸੀਂ, ਉਹ ਜਿਹੜੀ ਟੁੱਟੀ ਭੱਜੀ ਸੀ। ਤੇ ਅਸੀਂ ਨਹੀਂ ਅੱਗੇ ਦੀ ਗੱਲ ਪਿਆ ਕਰਨਾ ਜਦੋਂ ਤਹਿਰਾਨ ਜਾਂਦਾ ਪਿਆ ਸੋ ਤੁਸੀਂ ਤਹਿਰਾਨ ਦੇ ਚਾਂਦਗੜ ਨਹੀਂ ਲੰਘਿਆ? ਨਹੀਂ ਤਹਿਰਾਨ ਜਾਂਦੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਤਹਿਰਾਨ ਦੇ ਨਜ਼ਦੀਕ ਆਏ ਹੋ ਨਾ, ਠੰਡ ਸ਼ੁਰੂ ਹੋ ਗਈ ਹੋਣੀ ਹੈ, ਪਹਾੜੀਆਂ ਤੇ ਬਰਫ਼ ਜੰਮੀ ਹੋਣੀ ਹੈ। ਤੁਸੀਂ ਵੇਖੇ ਕਿਸੇ ਇਸ ਤਰ੍ਹਾਂ ਦੀ ਜਗ੍ਹਾ ਤੇ ਉਹਨੇ ਖਿਲਾਰਿਆ ਕਿ ਇੱਕ ਸਾਈਡ ਤੇ ਇਸ ਤਰ੍ਹਾਂ ਪਹਾੜੀ ਸੀ, ਬਰਫ਼ ਨਜ਼ਰ ਆ ਰਹੀ ਸੀ, ਨਾਲ ਇਸ ਸਾਈਡ ਤੇ ਹੋਟਲ ਸੀ ਤੇ ਪਾਣੀ ਵਾਲਾ ਨਿੱਕਾ ਜਿਹਾ ਨਾਲਾ ਸੀ, ਉਹਦੇ ਤੋਂ ਟੱਪ ਕੇ ਅੱਗੇ ਜਾਣਾ ਹੁੰਦਾ ਸੀ। ਨਹੀਂ ਹਾਫਿਜ ਜੀ ਉਹ ਤੇ ਕਿ ਬੱਸ ਵੀ ਹੁਣ ਉਤੋਂ ਹੀ ਟੱਪ ਕੇ ਉਹਨਾਂ ਤੇ ਨਹੀਂ ਨਾ ਖੜਨੀ ਹੈ।
ਉਹ ਮੈਨੂੰ ਨਹੀਂ ਪਤਾ ਹੋਣਾ, ਉਹ ਤਲਾਉਂਦੀ ਨਹੀਂ ਹਾਫਿਜ਼ ਜੀ ਨਹੀਂ ਉਹ ਇੱਕ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਰੈਸਟੋਰੈਂਟ ਨਹੀਂ ਹੁੰਦੇ, ਉਹ ਬਸ ਐਂ ਕਰਕੇ ਸਾਈਡ ਤੇ ਲਾ ਲੈਂਦੇ ਨੇ, ਹੋਟਲ ਤੇ ਲੈ ਜਾਂਦੇ ਨੇ, ਹਾਂਜੀ ਐਵੇਂ ਹੀ ਉਹ ਹੋਟਲ ਬਣਿਆ ਸੀ, ਪਰ ਉਹਨਾਂ ਅੱਗੇ ਇਸ ਤਰ੍ਹਾਂ ਕਰਕੇ ਨਾਲਾ ਕੱਢਿਆ ਸੀ ਪਾਣੀ ਵਾਲਾ ਨਾ, ਜਿਸ ਤਰ੍ਹਾਂ ਪਾਕਿਸਤਾਨ ਦੇ ਖਾਲ ਹੁੰਦੇ ਨੇ, ਇਹ ਪਾਣੀ ਪੈ ਹੁਣ ਹਾਫਿਜ਼ ਜੀ ਕਿਉਂਕਿ ਉਹ ਰਾਤ ਦਾ ਦਿਨ ਹੀ, ਸਾਨੂੰ ਪਤਾ ਨਹੀਂ ਲੱਗਾ ਹੋਣਾ ਹੈ, ਅਸੀਂ ਬੱਸ ਦੇ ਥੱਲੋਂ ਨਹੀਂ ਹਾਫਿਜ਼ ਜੀ ਥੱਲੇ ਉਤਰੇ ਨਹੀਂ ਹੈ, ਅੱਛਾ ਸਿਰਫ ਇੱਕ ਵਾਰੀ ਬੰਬ ਚੌਂਕੀ ਤੇ ਹਾਫਿਜ਼ ਜੀ ਉਤਰੇ ਹਾਂ, ਤੇ ਜਾਂ ਫਿਰ ਇੱਕ ਵਾਰੀ ਜਿਹੜਾ ਨਾ ਜਿੱਥੇ ਉਹ ਖਾਣਾ ਖਾਦਾ ਹੀ ਕਰੀ ਉੱਥੇ ਉਤਰੇ ਹਾਂ। 24-25 ਘੰਟਿਆਂ ਬਾਅਦ ਹਾਫਿਜ਼ ਜੀ ਬੱਸ ਜਿਹੜੀ ਹੈ ਤਹਿਰਾਨ ਪਹੁੰਚੀ ਹੈ, ਅੱਡੇ ਦੇ ਉੱਤੇ, ਜਿਵੇਂ ਸਾਡੇ ਸਿਆਲਕੋਟ ਲਾਰੀ ਅੱਡਾ ਹੋ ਗਿਆ ਇੰਜ, ਮਗਰ ਉਹ ਅੱਡੇ ਨਹੀਂ ਹੈ ਹਾਫਿਜ਼ ਜੀ। ਉਹ ਤੁਹਾਨੂੰ ਪਤਾ ਹੁਣ ਇਰਾਨ ਦੇ ਵਿੱਚ ਕਿਹੜੇ ਖੂਬਸੂਰਤ ਬਿਲਡਿੰਗਾਂ, ਹਰ ਚੀਜ਼ ਹਾਫਿਜ਼ ਜੀ, ਐਡੀ ਸੋਹਣੀ ਚੀਜ਼ ਛੱਤਿਆ ਸੀ ਅੱਡਾ ਸਾਰਾ ਉੱਤੇ ਗੋਲ ਤਰ੍ਹਾਂ ਦਾ। ਹਾਂਜੀ ਹਾਫਿਜ਼ ਜੀ, ਉਹ ਹੀ ਮਸਲਨ ਕਿ ਅੰਦਰ ਤੁਸੀਂ ਅੱਗੋਂ ਸਿਸਟਮ ਬੰਦ ਹੋ ਜਾਂਦਾ ਸੀ ਸਾਰਾ। ਉਹਨੂੰ ਪਤਾ ਨਹੀਂ ਖਮੀਨੀ ਟਰਮੀਨਲ ਆਉਂਦੇ ਨੇ ਜਾਂ ਕੀ ਹੁੰਦਾ ਨਾ। ਫਿਰ ਹਾਫਿਜ਼ ਜੀ ਅਸੀਂ ਜਿਹੜਾ ਨਾ ਉੱਥੋਂ ਬੱਸ ਤੋਂ ਉਤਰੇ ਆ, ਸਾਰੇ ਦੋਸਤ ਜਿੰਨੇ ਹਾਂ ਸੀ ਤਕਰੀਬਨ ਅਸੀਂ 5 ਕਿ 6 ਦੋਸਤਾਂ ਹਾਂ ਸੀ ਜਿਹੜਾ ਨਾ ਇਕੱਠੇ, ਬਾਕੀ ਜਿਹੜੇ ਨੇ ਅਸੀਂ ਆਂਦੇ ਹਨ, ਉਹ ਆਂਦੇ ਹਨ ਅਸੀਂ ਜਾਣਾ ਮੈਂ ਜ਼ਿਆਰਤ ਕਰਕੇ ਅਸੀਂ ਤੇ ਅਸੀਂ ਫੇਰ ਡੇਂਕੀ ਲਾਣੀ, ਉਂਝ ਨਹੀਂ ਲਾਣੀ ਹੈ। ਮੈਂ ਸਹੀ, ਕਈ ਮੁੰਡੇ ਹਨ ਉੱਥੇ ਹਾਫਿਜ਼ ਜੀ ਜਿਹੜੇ ਦੂਸਰੇ ਸਾਡੇ ਨਾਲ ਆਏ ਹਨ, ਉਹਨਾਂ ਹੋਟਲ ਬੁੱਕ ਕੀਤੇ ਨੇ, ਉੱਥੇ ਜਾਂਦੇ ਨੇ 4-5 ਦਿਨ ਇੱਥੇ ਰੈਸਟ ਕਰਾਂਗੇ ਤੇ ਫਿਰ ਅਸੀਂ ਅਗਾਂਹ ਨਿਕਲਾਂਗੇ। ਤੇ ਫਿਰ ਹਾਫਿਜ਼ ਜੀ ਅਸੀਂ ਜਿਹੜਾ ਨਾ ਇੱਕ ਹੋਟਲ ਦੇ ਉੱਤੇ ਗਏ ਆ, ਉੱਥੇ ਬੈਠੇ ਆ, ਉਹਨੂੰ ਏਜੰਟ ਨੂੰ ਫੋਨ ਕੀਤਾ, ਉਹਨੇ ਸਾਨੂੰ ਇੱਕ ਬੰਦੇ ਦਾ ਨੰਬਰ ਦਿੱਤਾ ਵੇ, ਠੀਕ ਹੈ, ਉਹਨੇ ਆਖਿਆ ਤੁਸੀਂ ਆ ਇੱਥੇ ਨਾਲ ਹੋਟਲ ਹੈ, ਤੁਸੀਂ ਉੱਥੇ ਬਹਿ ਜਾਓ ਜਾ ਕੇ। ਅੱਛਾ ਅਸੀਂ ਉੱਥੇ ਬੈਠੇ ਹਾਂ, ਹੁਣ ਉੱਥੇ ਖਾਲੀ ਹੱਥ ਨਹੀਂ ਨਾ ਬਹਿ ਸਕਦੇ, ਉਹਨਾਂ ਕਹਿਣਾ ਤੁਸੀਂ ਕੀ ਲੈਣ ਬੈਠੇ ਹੋ। ਫਿਰ ਮੁੰਡਿਆਂ ਉੱਥੇ ਰੋਟੀ ਛੋਟੀ ਲਵਾਈ, ਉੱਥੇ ਰੋਟੀ ਛੋਟੀ ਅਸੀਂ ਖਾਧੀ, ਉਚਰਾ ਨਾਲ ਹੀ ਹਾਫਿਜ਼ ਜੀ ਉਹ ਏਜੰਟ ਆਇਆ ਵੇ, ਹੈਰਾਨੀ ਸੀ, ਉਹਨੇ ਬੈਗ ਪਾਇਆ ਸੀ, ਇੰਜ ਆਇਆ, ਉਹਨੇ ਬੰਦੇ ਗਿਣ ਕੇ ਨਾਲ ਹੀ ਸਾਨੂੰ ਇੱਕ ਮਾਲ ਹੀ ਹਾਫਿਜ਼ ਜੀ, ਉੱਥੇ ਮਾਲ ਦੇ ਵਿੱਚ ਲੈ ਗਿਆ, ਉੱਥੇ ਵਾਸ਼ਰੂਮ ਆਂਦਾ, ਉੱਥੇ ਕੱਪੜੇ ਚੇਂਜ ਕਰੋ। ਅੱਛਾ ਵਾਮ ਉੱਥੇ ਆਪਣੇ ਕੱਪੜੇ ਲਾ ਰਹੀ ਹੈ, ਮੁੰਡੇ ਜਿਹੜੇ ਨੇ ਆਪਣੇ ਕੱਪੜੇ ਪੁਰਾਣਿਆਂ ਦਾ, ਤੁਸੀਂ ਨਵੇਂ ਕੱਪੜੇ ਪਾਓ, ਉਹਨਾਂ ਕੱਪੜੇ ਛਪੜੇ ਜਿਹੜਾ ਨਾ ਉਹਨਾਂ ਪੁਰਾਣੇ ਜਿਹੜਾ ਦਾ ਬੈਗਾਂ 'ਚ ਪਾਓ, ਬੈਗਾਂ 'ਚ ਠੀਕ ਹੈ, ਤੇ ਨਵੇਂ ਜਿਹੜਾ ਪਾ ਲਓ। ਅਸੀਂ ਉੱਥੇ ਵਾਮ ਸਾਨੂੰ ਹੈਰਾਨੀ ਵੇਖ ਰਹੇ ਹਾਂ, ਹੱਸ ਰਹੇ ਨੇ ਕੀ ਕਰਦੇ ਨੇ ਬੰਦੇ। ਫਿਰ ਅਸੀਂ ਨਵੇਂ ਕੱਪੜੇ ਪਾਏ, ਠੀਕ ਹੈ, ਬਾਬੂ ਬਣ ਗਏ ਪੱਪੂ ਡਾਉਣ ਹਾਫਿਜ਼ ਜੀ ਜਿਹਨੂੰ ਆਉਂਦੇ ਨੇ। ਫਿਰ ਹਾਫਿਜ਼ ਜੀ ਅਸੀਂ ਜਿਹੜਾ ਨਾ ਉੱਥੋਂ ਮਾਹੌਲ 'ਚ ਬਾਹਰ ਨਿਕਲੇ ਆ, ਬਾਹਰ ਨਿਕਲ ਕੇ ਫਿਰ ਨਾਲ ਹੀ ਸਾਨੂੰ ਇੱਕ ਉਹਨੇ ਬੱਸ ਦੇ ਵਿੱਚ ਬਿਠਾਇਆ, ਅਸੀਂ ਬੱਸ ਦੇ ਵਿੱਚ ਜਿਹੜਾ ਨਾ 6 ਜਣੇ ਬੈਠੇ ਆ। ਅੱਛਾ ਠੀਕ ਹੈ, ਬੱਸ ਦੇ ਵਿੱਚ ਅਸੀਂ ਬੈਗ ਨਾ ਫਿਰ ਅੱਧਾ ਘੰਟਾ ਬੱਸ ਚੱਲੀ ਹੈ, ਠੀਕ ਹੈ, ਫਿਰ ਨਾਲ ਹੀ ਉਹਨਾਂ ਸਾਨੂੰ ਕਾਰ ਦੇ ਵਿੱਚ ਪੜਾਇਆ। ਹਾਫਿਜ਼ ਜੀ ਹੈਰਾਨੀ ਕਾਰ ਦੇ ਵਿੱਚ ਅਸੀਂ ਬੈਠੇ ਆ, ਪਿੱਛੋਂ ਜਿਹੜੇ ਮੁੰਡੇ ਹਨ ਨਾ, ਜਿਹੜੇ ਦੂਸਰੇ ਮੁੰਡੇ ਨਾਲ ਪਿੱਛੇ ਡਿੱਗੀ, ਉਹਨੇ ਮੁਰੇ ਵੱਲੋਂ ਵੇਖ ਕਹਿੰਦਾ ਤੂੰ ਅੱਗੇ ਬਹਿ, ਉਹਨਾਂ ਨੂੰ ਹਾਫਿਜ਼ ਜੀ ਅੱਗੇ ਬਿਠਾ ਲਿਆ, ਤੇ ਮੈਂ ਬਹਿ ਗਿਆ, ਤੇ ਪਿੱਛੇ ਮੁੰਡੇ ਜਣਾ ਲੱਗਦਾ ਚੰਗਾ। ਹਾਂ ਮੈਂ ਉਹਨਾਂ ਕਿਹਾ ਮੁੰਡਾ ਸਹੀ ਲੱਗਦਾ ਨਹੀਂ ਹੈ, ਡੈਂਕੀ ਤੇ ਆਇਆ ਹੋਵੇ। ਮੈਂ ਜਿੰਦਾ ਮੈਂ ਕੱਪੜੇ ਛੱਪੜੇ ਪਾ ਲਏ ਹਨ, ਡਰੈਸਿੰਗ ਅੱਛੀ ਕੀਤੀ। ਹਾਫਿਜ਼ ਜੀ ਤੁਸੀਂ ਯਕੀਨ ਨਹੀਂ ਕਰਨਾ, ਉਹ ਇੰਜ ਹੈਰਾਨੀ ਜਿਹੜਾ ਸੀ, ਉਹ ਇੰਜ ਦੀ ਕਾਰ ਚਲਾਉਂਦਾ ਸੀ ਨਾ, ਮਸਲਨ ਕਿ ਚੌਂਕੀਆਂ ਉਹਨੇ ਇੰਜ ਲੰਘਾਣੀਆਂ ਨੇ, ਜਿਹਨੂੰ ਟਿਕਟ ਫੜਾਣੀ ਹੈ ਨਾ ਉਹਨੇ ਇੰਜ ਟਿਕਟ ਫੜਾਣੀ ਹੈ, ਟਿਕਟ ਫੜਾਉਂਦਿਆਂ ਸਾਰੀ ਉਹਨੇ ਸ਼ੀਸ਼ਾ ਥੋੜਾ ਜਿਹਾ ਖੋਲਣਾ, ਨਾਲ ਹੀ ਜਿਹੜਾ ਨਾ ਉਹ ਜਾਂਦੇ ਵੀ ਕਾਰ। ਅੱਛਾ ਜੀ। ਤਕਰੀਬਨ ਹਾਫਿਜ਼ ਜੀ ਜਿਹੜਾ ਨਾ ਗੱਡੀ ਜਦੋਂ 8 ਘੰਟੇ ਹੋ ਗਏ ਨਾ ਗੱਡੀ ਚੱਲਦੇ ਆ, ਰਾਤ ਦਾ ਸਫ਼ਰ ਸੀ ਦਿਨ ਦਾ? ਰਾਤ ਦਾ ਸਫ਼ਰ ਸੀ। ਅੱਛਾ, ਬਰਫ਼ ਨਹੀਂ ਸੀ ਉੱਥੇ ਪਈ? ਬਰਫ਼ ਸਾਡਾਂ ਤੇ ਅਸੀਂ ਵੇਖ ਕੇ ਆਂਦੇ ਹਾਂ ਯਾਰ ਅਸੀਂ ਇਹ ਕ੍ਰਾਸ ਕਰਨੀਆਂ ਪਹਾੜੀਆਂ, ਇਹਦੀਆਂ ਪਹਾੜੀਆਂ ਕ੍ਰਾਸ ਕਰਨੀਆਂ ਨੇ, ਬਰਫ਼ ਏਡੀ ਏਡੀ ਜੰਮੀ ਸੀ, ਅਸੀਂ ਵੇਖ ਹੈਰਾਨ ਹੁੰਦੇ ਹਾਂ। ਫਿਰ 8 ਘੰਟਿਆਂ ਬਾਅਦ ਹਾਫਿਜ਼ ਜੀ ਉਹ ਕਾਰ ਵਾਲੇ ਨੇ ਜਿਹੜਾ ਨਾ ਇੱਕ ਹੋਟਲ ਤੇ ਗੱਡੀ ਖਿਲਾਰੀ ਹੈ, ਅੱਛਾ, ਤੇ ਆਂਦਾ ਤੁਸੀਂ ਬਾਹਰ ਨਹੀਂ ਨਿਕਲਣਾ ਹੈ, ਆਂਦਾ ਬੀਸ਼ੀ ਬਾਹਰ ਨਹੀਂ ਤੁਸੀਂ ਨਿਕਲਣਾ, ਸਖਤ ਬੀਸ਼ੀ, ਚੁੱਪ ਕਰਕੇ ਬਹਿ ਗਏ ਹਾਫਿਜ਼ ਜੀ। ਉੱਥੇ ਅਸੀਂ ਬਹਿ ਗਏ, ਤੇ ਸਾਹਮਣੇ ਜਿਹੜਾ ਨਾਲ ਹੀ ਪੁਲਿਸ ਵਾਲਿਆਂ ਦੀ ਗੱਡੀ ਆ ਗਈ, ਉਹ ਉੱਤਰ ਕੇ ਜਿਹੜਾ ਉੱਥੇ ਵੀਰੇ ਸ਼ੀਰੇ ਉਹ ਮਸਲਨ ਕਿ ਬੋਤਲਾਂ ਸ਼ੋਤਲਾਂ ਪੀਣ ਲੱਗ ਪਏ, ਤੇ ਬਾਹਰੋਂ ਮਸਲਨ ਕਿ ਅੰਦਰ ਨਜ਼ਰ ਨਹੀਂ ਆਉਂਦਾ, ਅੰਦਰੋਂ ਬਾਹਰ ਨਜ਼ਰ ਆਉਂਦਾ ਸੀ, ਕਾਰ ਇੰਜ ਦੀ ਸੀ। ਤੇ ਫਿਰ ਲੱਕੀ ਬਟ ਮੈਨੂੰ ਆਂਦਾ ਚੁੱਪ ਕਰਕੇ ਬਾਈ ਕੋਈ ਬੋਲੇ ਨਾ। ਅੱਛਾ, ਹਾਫਿਜ਼ ਜੀ ਉੱਥੇ ਇੰਜ ਖਾਮੋਸ਼ ਹੋ ਗਏ ਆ, ਜਿੰਜ ਕਿ ਬੰਦੇ ਹੋਰੇ ਕਿਦਾਂ ਦੇ ਮਰੇ ਪਏ ਨੇ, ਅਸੀਂ ਵਿੱਚ ਚੂੰ ਚਾਂ ਕੁਛ ਨਹੀਂ ਕੀਤਾ ਹੈ, ਦਾੜੀ ਵੱਟ ਗਏ। ਹਾਂਜੀ, ਤੇ ਹੈਰਾਨੀ ਡਰਦੇ ਹੀ ਨਹੀਂ ਹੈ, ਉਹਨਾਂ ਪਤਾ ਪੁਲਿਸ ਵਾਲੇ ਬੈਠੇ ਨੇ ਖੁੱਲੇ ਡੁੱਲੇ ਉੱਥੇ ਹੋ ਕੇ ਪੀਣ ਦੇ ਨੇ, ਉਹਨਾਂ ਕੇ ਅੰਦਰ ਮੁੰਡੇ ਉਂਝੇ ਪਿਸ਼ਾਬ ਉਹਨਾਂ ਦੇ ਵਗ ਗਏ ਹੋਣੇ ਨੇ, ਪੁਲਿਸ ਵਾਲਿਆਂ ਨੂੰ ਵੇਖ ਕੇ ਉਹਨਾਂ ਕੀ ਬੋਲਣਾ ਵੇ। ਉਹ ਹਾਫਿਜ਼ ਜੀ ਕੋਈ ਤਕਰੀਬਨ 15-20 ਮਿੰਟ ਉੱਥੇ ਬੈਠੇ ਨੇ, ਨਾਲ ਹੀ ਪੁਲਿਸ ਵਾਲੇ ਗਏ ਨੇ, ਤੇ ਫਿਰ ਨਾਲ ਹੀ ਉਹ ਗੱਡੀ 'ਚ ਬੈਠੇ ਨੇ, ਤੇ ਹਾਫਿਜ਼ ਜੀ ਫਿਰ ਨਾਲ ਹੀ ਜਿਹੜਾ ਨਾ ਗੱਡੀ ਚੱਲਣਾ ਸ਼ੁਰੂ ਹੋਈ ਹੈ, ਤੇ ਉਹ ਪਿਸ਼ਾਬ ਨਹੀਂ ਕਰਨ ਦਿੰਦਾ ਹੈ, ਤੇ ਮੈਨੂੰ ਚੜਦਾ ਸੀ ਵੱਟ। ਮੈਂ ਪਿੱਛੇ ਲੱਕੀ ਭੱਟ ਨੂੰ ਜਾਂ ਇਮਤਿਆਜ਼ ਮੁੰਡੇ ਨੂੰ ਆਂਦਾ, ਮੈਂ ਯਾਰ ਮੈਨੂੰ ਪਿਸ਼ਾਬ ਕਰਾ, ਬੜਾ ਸਖਤ ਪਿਸ਼ਾਬ ਆਇਆ। ਅੱਛਾ, ਉਹਨਾਂ ਹੈ ਯਾਰ ਨਹੀਂ ਉਹਨੇ ਕਰਾ, ਮੈਂ ਤੂੰ ਮੈਨੂੰ ਏਜੰਟ ਦਾ ਨੰਬਰ ਦੇ, ਮੈਂ ਏਜੰਟ ਨੂੰ ਫੋਨ ਕਰਨਾ ਮੈਨੂੰ ਪਿਸ਼ਾਬ ਕਰਾਵੇ। ਉਹ ਵਿੱਚ ਪਿੱਛੇ ਸਾਰੇ ਮੁੰਡੇ ਹੱਸਣ ਲੱਗ ਪਏ, ਆਂਦਾ ਤੂੰ ਇੱਕ ਪਿਸ਼ਾਬ ਵਾਸਤੇ ਏਜੰਟ ਨੂੰ ਫੋਨ ਕਰਨਾ। ਮੈਂ ਕਰਨਾ ਫੋਨ, ਪੈਸੇ ਕਾਹਦੇ ਵਾਸਤੇ ਉਹਨੂੰ ਦੇਣੇ ਨੇ ਅਸੀਂ। ਫਿਰ ਨਾਲ ਹੀ ਹਾਫਿਜ਼ ਜੀ ਜਿਹੜਾ ਨਾ ਉਹਨੇ ਵਿੱਚ ਗਾਣਾ ਲਾ ਛੜਿਆ ਸੀ ਆਪਣੀ ਜ਼ੁਬਾਨ ਦੇ ਵਿੱਚ। ਅੱਛਾ, ਤੇ ਚਲਾਈ ਜਾਂਦਾ ਸੀ ਪਿਆ, ਗੱਡੀ ਚਲਾਈ ਜਾਂਦਾ ਸੀ ਪਿਆ, ਤੇ ਨਾਲ ਹੀ ਜਿਹੜਾ ਨਾ ਉਹ ਕਿਤੇ ਆਪਣੇ ਫੋਨ ਤੇ ਆਰੇ ਲੱਗਾ, ਤੇ ਗੱਡੀ ਜਿਹੜੀ ਐਡੀ ਸਪੀਡ ਚੱਲਦੀ ਪਈ, ਤੇ ਨਾਲ ਹੀ ਜਿਹੜਾ ਨਾ ਗੱਡੀ ਨਾਲ ਸੜਕ ਤੇ ਟੱਚ ਹੋਈ ਹੈ, ਤੇ ਮੈਂ ਇੰਜ ਬੈਠਾ ਵਾਂ, ਮੈਨੂੰ ਪਤਾ ਵੀ ਇਹ ਗੱਡੀ ਨਾਲ ਵੱਜਣ ਡਈ ਹੈ। ਮੈਂ ਤੇ ਮੁੰਡਿਆਂ ਦੇ ਪਿੱਛੋਂ ਕਿ ਉਹ ਗੱਡੀ ਵੱਜੀ, ਉਹਨਾਂ ਨੇ ਕਿਹਾ ਗੱਡੀ ਵੱਜ ਗਈ, ਮੈਨੂੰ ਆਂਦੇ ਨੇ ਤੂੰ ਦੱਸਿਆ ਨਹੀਂ ਹੈ। ਮੈਂ ਉਹਨੂੰ ਨਹੀਂ ਪਤਾ ਗੱਡੀ ਉਹ ਚਲਾਉਣਾ, ਮੈਂ ਚਲਾਉਣਾ, ਮੈਂ ਉਹਨੂੰ ਆਖਾਂ ਤੂੰ ਗੱਡੀ ਮਾਰਨ ਡਿਆ ਵਾ। ਅੱਛਾ, ਤੇ ਫਿਰ ਹਾਫਿਜ਼ ਜੀ ਜਿਹੜਾ ਨਾ 11 ਘੰਟੇ ਗੱਡੀ ਚੱਲੀ, ਉਹ ਕਾਰ ਜਿਹੜੀ, ਹਾਂ 11 ਘੰਟੇ ਹਾਫਿਜ਼ ਜੀ ਕਾਰ ਚੱਲੀ। ਉਹਨੇ ਸਾਨੂੰ ਜਾ ਕੇ ਨਾ ਮਸਲਨ ਕਿ ਇੱਕ ਉਹੀ ਪਿੰਡ ਟੈਪ ਲਾ ਲਓ, ਸ਼ਹਿਰ ਜੋ ਕ੍ਰਾਸ ਕਰਕੇ ਅੱਗੇ ਚੋਂ ਪਿੰਡ ਆਉਂਦਾ, ਟ੍ਰੇਨ ਟੈਪ ਲਾ ਲਓ ਹਾਫਿਜ਼ ਜੀ, ਤੇ ਅਸੀਂ ਉੱਥੇ ਜਿਹੜਾ ਸਾਨੂੰ ਜਾਕ ਲਾਇਆ, ਇੱਕ ਛੋਟੀ ਜਿਹੀ ਹਵੇਲੀ ਸੀ,
ਤੇ ਉਹਨਾਂ ਕਿਹਾ, ਉਹਨਾਂ ਸਾਨੂੰ ਕਿਹਾ ਜਾਓ ਵੜ ਜਾਓ ਅੰਦਰ। ਅਸੀਂ ਕਮਰਾ ਹੀ ਉਹਦੇ ਵਿੱਚ ਗਏ ਹਾਂ, ਉੱਥੇ ਬੈਠੇ ਹਾਂ, ਠੀਕ ਹੈ। ਤੇ ਇੱਕ ਮਾਈ ਬਾਬਾ ਸੀ, ਉਹਨਾਂ ਮਾਈ ਬਾਬੇ ਦੇ ਸਾਨੂੰ ਹਵਾਲੇ ਕਰਕੇ ਨਾ ਹਾਫਿਜ਼ ਜੀ ਤੁਰ ਗਏ ਹਨ ਆਪੇ। ਅੱਛਾ ਮਾਈ ਬਾਬੇ ਦੇ ਹਵਾਲੇ ਕਰਕੇ ਨਾ ਸਾਨੂੰ ਆਪੀ ਤੁਰ ਗਏ ਹਨ ਤੇ ਆਂਦੇ ਹਨ ਹੁਣ ਤੁਹਾਨੂੰ ਫੋਨ ਕਰਾਂਗੇ ਜਦੋਂ ਤੁਹਾਨੂੰ ਅੱਗੇ ਕੱਢਣਾ ਆਇਆ, ਗੇਮ ਸਖਤੀ ਹੋਈ ਹੈ ਥੋੜੀ ਜਿਹੀ। ਅੱਛਾ ਮਾਈ ਬਾਬਾ ਇੰਨੇ ਚੰਗੇ ਹਨ ਹਾਫਿਜ਼ ਜੀ, ਕਾਵਾ ਸਾਡੇ ਹੱਥ ਲਿਆਉਂਦੇ ਹਨ, ਆਂਡੇ ਲਿਆਉਂਦੇ ਹਨ, ਰਸ ਲਿਆਉਂਦੇ ਹਨ, ਬੜੇ ਚੰਗੇ ਹਨ ਮਾਈ ਬਾਬਾ। ਅੱਛਾ ਤੇ ਸਫਾਈ ਵੀ ਅੰਦਰੋਂ ਰੂਮ ਦੀ ਕਰਦੇ ਹਨ, ਠੀਕ ਹੈ। ਤੇ ਹਾਫਿਜ਼ ਜੀ ਕੀ ਹੋਇਆ, ਦੋ ਮਸਲ ਕੇ ਮੁੰਡੇ ਉਹਨਾਂ ਨੂੰ ਸਿਗਰਟ ਪਾਣੀ ਸਾਰਾ ਕੁਝ ਉਹਨਾਂ ਨੂੰ ਜਿਹੜਾ ਨਾਲ ਲਿਆ ਕੇ ਦਿੰਦੇ ਹਨ। ਤਕਰੀਬਨ ਅਸੀਂ 1 ਹਫ਼ਤਾ ਉੱਥੇ ਰਹੇ ਹਾਂ, ਉਸੇ ਸੇਫ ਵਿੱਚ? ਹਾਂਜੀ ਉਸੇ ਸੇਫ ਦੇ ਵਿੱਚ 1 ਹਫ਼ਤਾ ਹੀ ਰਹੇ ਹਾਂ। ਤੇ ਮੁੰਡੇ ਜਿਹੜੇ ਨੇ ਸਾਨੂੰ ਲਿਆ ਕੇ ਦਿੰਦੇ ਹਨ, ਉਹਨਾਂ ਨੂੰ ਪੈਸੇ ਉਹਨਾਂ ਕੋਲ ਲੈਂਦੇ ਹਨ ਤੇ ਉਹਨੂੰ ਸਾਰਾ ਸਮਾਨ ਜਿਹੜਾ ਨਾ ਲਿਆ ਕੇ ਦਿੰਦੇ ਹਨ। ਤੇ ਜਿਹੜਾ ਨਾ ਫਿਰ ਨਾਲ ਹੀ ਜਿਹੜਾ ਨਾ ਮੁੰਡੇ ਪੀਂਦੇ ਨੇ ਸਿਗਰਟ, ਤੇ ਮੈਨੂੰ ਆਂਦੇ ਨੇ ਉਸਤਾਦ ਸਿਗਰਟ ਪੀ ਲਾ। ਮੈਂ ਕਿਹਾ ਮੈਂ ਨਹੀਂ ਪੀਂਦਾ। ਆਂਦਾ ਯਾਰ ਕਸ਼ ਤੇ ਲਾ। ਮੈਂ ਕਿਹਾ ਉਰਾ ਲਿਆ। ਮੈਂ ਸਿਗਰਟ ਫਾੜ ਕੇ ਨਾ ਹਾਫਿਜ਼ ਜੀ ਮੈਂ ਮਰੋੜ ਕੇ ਸੁੱਟ ਛੜਿਆ। 2-3 ਮੁੰਡੇ ਜਿਹੜਾ ਨਾ ਮੇਰੇ ਦੁਆਲੇ ਹੋ ਗਏ, ਆਂਦੇ ਨੇ ਸੁੱਟ ਕੇ ਮਰੋੜੇ। ਮੈਂ ਕਿਹਾ ਜੇ ਤੈਨੂੰ ਮੈਂ ਆਖਿਆ ਮੈਂ ਸਿਗਰਟ ਨਹੀਂ ਪੀਂਦਾ ਤੂੰ ਮੈਨੂੰ ਸਿਗਰਟ ਕਿਉਂ ਫੜਾਇਆ? ਅੱਛਾ ਨਾਲ ਹੀ ਲੱਕੀ ਬਾਟਾਂ ਦਾ ਇਹ ਮੁੰਡੇ ਨੂੰ ਕਿਸੇ ਨੇ ਹੱਥ ਨਹੀਂ ਲਾਣਾ ਹੈ। ਗੁਜਰਾਂ ਵਾਲੇ ਕੈਂਟ ਦਾ ਮੁੰਡਾ ਸੀ, ਕਹਿੰਦਾ ਇਹਨੂੰ ਕਿਸੇ ਨੇ ਹੱਥ ਨਹੀਂ ਲਾਣਾ। ਇਮਤਿਆਜ਼ ਵੀ ਮੇਰੇ ਨਾਲ ਖੜਾ ਹੋ ਗਿਆ, ਕਹਿੰਦੇ ਗੱਲ ਨਹੀਂ ਕਰਨੀ ਆ ਮੁੰਡੇ। ਉਹ ਨਾਲ ਹੀ ਚੁੱਪ ਕਰਕੇ ਨਾ, ਅੱਛਾ ਜਿਵੇਂ ਭੱਠੇ ਦੇ ਇੱਟਾਂ ਨਹੀਂ ਬਹਿ ਜਾਂਦਾ ਧੂਆਂ, ਐਨਜੀਓ ਬਹਿ ਉਹ ਗਏ। ਪੰਜਾਬੀ ਸਾਨੂੰ ਵੀ? ਹਾਂਜੀ ਉਹ ਵੀ ਪੰਜਾਬੀ ਹਨ। ਇੱਕ ਸੰਭੜਿਆਲ ਦਾ ਮੁੰਡਾ ਸੀ ਤੇ ਦੂਸਰਾ ਜਿਹੜਾ ਸੰਭੜਿਆਲ ਦੇ ਨਾਲ ਪਿੰਡ ਸੀ, ਤੇ ਉਹ ਆਪਸ ਵਿੱਚ ਇਕੱਠੇ ਹਾਂ। ਤੇ ਉਹ ਮੁੰਡੇ ਹਨ ਹਾਫਿਜ਼ ਜੀ। ਫਿਰ ਨਾਲ ਹੀ ਹਾਫਿਜ਼ ਜਿਹੜਾ ਸੀ 1 ਹਫ਼ਤਾ ਉੱਥੇ ਰੈਸਟ ਕੀਤੀ ਹੈ, ਜੰਗਾ ਖਾਦਾ ਪੀਤਾ। ਸਾਹਮਣੇ ਮਾਕੋ ਪਹਾੜੀ ਸੀ ਸਾਨੂੰ ਨਜ਼ਰ ਆਉਂਦੀ ਸੀ, ਸਾੜੀਆਂ ਪਹਾੜੀਆਂ ਨਜ਼ਰ ਆਉਂਦੀਆਂ ਹਨ, ਬਰਫ਼ ਜੰਮੀ ਸੀ, ਬਰਫ਼ ਪੈ ਰਹੀ ਸੀ ਉਸ ਟਾਈਮ, ਜਿਹੜਾ ਨਾ ਬਾਹਰ ਬਰਫ਼ ਪੈ ਰਹੀ ਸੀ। ਤੇ ਅਸੀਂ ਆਂਦੇ ਹਾਂ ਯਾ ਅੱਲਾ ਸੋਹਣੇ ਸਾਨੂੰ ਪ੍ਰਸ਼ਾਸਨੀ ਕਿੱਥੇ ਫਸ ਗਏ ਆ? ਕਿੱਥੇ ਫਸ ਗਏ ਆ। ਤੇ ਹਾਫਿਜ਼ ਜੀ ਫਿਰ ਉੱਥੇ ਜਾ ਕੇ ਨਾ ਮੈਨੂੰ ਜਦੋਂ ਮੈਂ ਕਿਹਾ ਹੁਣ ਸਮਾਨ ਯਾਰ ਲੱਕੀ ਬਾਟਾਂ ਦਾ ਪੈਸੇ ਹੈ ਨਹੀਂ ਕੋਲ, ਮੈਂ ਕਿਹਾ ਪੈਸੇ ਹੈ ਕਿਉਂ ਨਹੀਂ ਹੈ। ਅੱਛਾ ਮੈਂ ਹੁਣ ਬੈਗ ਖੋਲਿਆ, ਮੈਂ ਉਹਦੇ ਪੈਂਟ ਦੇ ਵਿੱਚੋਂ ਮੈਂ ਜਿਹੜਾ ਨਾ ਪੈਸੇ ਕੱਢੇ। ਮੈਂ ਕਿਹਾ ਪੈਸੇ ਕਿੱਥੇ ਗਏ ਨੇ? ਮੈਂ ਕਿਹਾ ਲੱਕੀ ਬਾਟ ਯਾਰ ਚ ਮੈਂ ਕਿੰਨੇ ਪੈਸੇ 3-4 ਹਜ਼ਾਰ ਰੁਪਇਆ ਪਾਇਆ ਸੀ, ਕਿੱਥੇ ਗਿਆ ਵਾ? ਆਂਦਾ ਯਾਦ ਕਰ ਤੂੰ ਕਿਤੇ ਪੈਸੇ ਲਾਏ ਨੇ। ਮੈਂ ਕਿਹਾ ਯਾਰ ਮੈਂ ਕਿਤੇ ਨਹੀਂ ਲਾਏ, ਸਿਰਫ ਇੱਕ ਵਾਰੀ ਮੈਂ ਉੱਥੇ ਪਠਾਨ ਹਨ ਘਰੇ ਰਾਨੀ ਹਨ ਉਹਨਾਂ ਦੇ ਸਾਹਮਣੇ ਮੈਂ ਪੈਸੇ ਬਾਹਰ ਕੱਢੇ ਹਨ। ਉਸ ਤੋਂ ਬਾਅਦ ਫਿਰ ਮੈਂ ਪੈਸੇ ਵਿੱਚ ਪਾ ਛਾਂਦਾ, ਤੇਰੇ ਪੈਸੇ ਉਹਨਾਂ ਹੀ ਕੱਢੇ ਹੋਣੇ ਨੇ। ਫਿਰ ਮੈਂ ਕਿਹਾ ਯਾਰ ਵੇਖੋ ਬੰਦਿਆਂ ਦਾ ਹਿਸਾਬ ਲਾਓ, ਸਿਰਾਂ ਤੇ ਉਹਨਾਂ ਟੋਪੀਆਂ ਪਾਈਆਂ, ਹੱਥ 'ਚ ਉਹਨਾਂ ਤਸਬੀਆਂ ਫੜੀਆਂ ਹਨ ਤੇ ਕਿੰਜ ਭੈਣ 2 ਨੰਬਰ ਹੀ ਕਰਦੇ ਹਨ। ਦੀਨ ਵਿੱਚ ਛੱਡਿਆ। ਫਿਰ ਹਾਫਿਜ਼ ਜੀ ਮੈਂ ਕਿਹਾ ਛੱਡੋ ਯਾਰ ਪਰਾਂ, ਸਫ਼ਰ ਤੇ ਨਿਕਲੇ ਆ, ਹੁਣ ਕਿਸੇ ਨੂੰ ਕੀ ਗਾਲ ਕੱਢ ਕੇ ਫਾਇਦਾ ਲੈਣਾ ਹੀ ਆ, ਬੰਦਾ ਕੀ ਕਰੇ ਹੁਣ ਨਾ। 1 ਹਫ਼ਤੇ ਬਾਅਦ ਹਾਫਿਜ਼ ਜੀ ਨਾਲ ਹੀ ਜਿਹੜਾ ਨਾ ਰਾਤ ਦੇ ਜਦੋਂ 9 ਵਜੇ ਨੇ ਨਾ ਆਇਆ ਵੇ ਰਾਨੀ। ਅੱਛਾ ਉਹਨੇ ਸਾਨੂੰ ਕਾਰ ਦੇ ਵਿੱਚ ਬਿਠਾਇਆ, ਠੀਕ ਹੈ। ਸਾਨੂੰ ਬਿਠਾ, ਸਾਡੇ ਨਾਲ ਇੱਕ ਚਾਚਾ ਵੀ ਸੀ। ਉਹ ਚਾਚਾ ਸੀ, ਉਹਦੀ ਤਕਰੀਬਨ 45 ਕੇ 50 ਸਾਲ ਉਹਦੀ ਉਮਰ ਸੀ ਉਹ ਚਾਚੇ ਦੀ। ਤੇ ਚਾਚੇ ਨੂੰ ਆਖਿਆ ਯਾਰ ਤੂੰ ਇੰਨੀ ਉਮਰ ਦੇ ਵਿੱਚ ਕੀ ਲੈਣ ਆ ਗਿਆ? ਚਾਚਾ ਕਹਿੰਦਾ ਯਾਰ ਮੇਰੀਆਂ ਜਵਾਨ ਧੀਆਂ ਨੇ ਤੇ ਮੇਰੇ ਬੱਚੇ ਨੇ, ਤੇ ਮੈਂ ਹੁਣ ਮੇਰਾ ਮੁੰਡਾ ਕੋਈ ਵੀ ਨਹੀਂ ਹੈ ਤੇ ਮੈਂ ਕੀ ਕਰਾਂ, ਪਾਕਿਸਤਾਨੀ ਸਰਕਟ ਚੱਲਦਾ। ਤੇ ਮੈਂ ਕਿਹਾ ਚਾਚਾ ਜੀ ਅਸੀਂ ਜਿੰਨੀ ਤੁਹਾਡੀ ਮਸਲ ਰਾਹ ਦੇ ਵਿੱਚ ਹੈਲਪ ਕਰ ਸਕਾਂਗੇ ਨਾ ਅਸੀਂ ਕਰਾਂਗੇ, ਤੁਸੀਂ ਟੈਨਸ਼ਨ ਨਹੀਂ ਲੈਣੀ ਹੈ। ਤੁਸੀਂ ਅਗਰ ਨਹੀਂ ਤੁਰ ਸਕਦੇ ਬੈਗ ਜਿਹੜਾ ਤੁਸੀਂ ਮੈਨੂੰ ਫੜਾ ਛੱਡਣਾ, ਜਾਂ ਫਿਰ ਮੈਂ ਥੱਕ ਗਿਆ ਫਿਰ ਮੈਂ ਲੱਕੀ ਬਾਟ ਨੂੰ ਫੜਾ ਛੱਡਾਂਗਾ ਬੈਗ। ਲੱਕੀ ਬਾਟਾਂ ਦਾ ਠੀਕ ਹੈ, ਟੈਨਸ਼ਨ ਨਹੀਂ ਹੈ ਚਾਚਾ ਜੀ, ਸਾਡੇ ਨਾਲ ਮਸਲਾ ਨਹੀਂ ਹੈ। ਅੱਛਾ ਫਿਰ ਹਾਫਿਜ਼ ਜੀ ਉਹਨੇ ਸਾਨੂੰ ਕਾਰ ਦੇ ਵਿੱਚ ਰਾਤੀ 9 ਵਜੇ ਨਾਲ ਸਾਨੂੰ ਉਹਨੇ ਕਾਰ ਦੇ ਵਿੱਚ ਬਿਠਾਇਆ, ਠੀਕ ਹੈ। ਤੇ ਕਾਰ ਤਕਰੀਬਨ ਅੱਧਾ ਘੰਟਾ ਚੱਲੀ ਹੈ। ਅੱਛਾ ਹਾਫਿਜ਼ ਜਦੋਂ ਅੱਧਾ ਘੰਟਾ ਚੱਲੀਏ ਕਾਰ ਜਾ ਕੇ ਨਾ ਸਾਨੂੰ ਇੱਕ ਗਰਾਊਂਡ ਹੀ ਹਨੇਰਾ ਸੀ, ਤੇ ਉਹਨੇ ਸਾਨੂੰ ਉੱਥੇ ਲਾ ਛੜਿਆ। ਤੇ ਉੱਥੇ ਵੇਖਿਆ ਉੱਥੇ ਫੈਮਲੀਆਂ ਵੀ ਹਾਫਿਜ਼ ਜੀ ਉੱਥੇ। ਉਸ ਤੋਂ ਬਾਅਦ ਤਕਰੀਬਨ 45 ਕੇ ਹੋਰੇ 50 ਮੁੰਡੇ। ਅੱਛਾ ਆਂਦੇ ਨੇ ਬੀਸ਼ੀ ਚੰਡਾ ਜਿਹੜੀ ਚੰਡੀ ਨੂੰ ਆਉਂਦਾ ਸੀ ਚੰਡ ਧਰ ਦਿੰਦੇ, ਆਂਦੇ ਨੇ ਬਹਿਓ। ਫਿਰ ਨਾਲ ਹੀ ਅਸੀਂ ਬੈਠੇ ਉੱਥੇ। ਫਿਰ ਨਾਲ ਹੀ ਜਿਹੜਾ ਨਾ ਉਹ ਆਇਆ ਜਿਹੜਾ ਹੁੰਦਾ ਮਸਲਾਂ ਕਿ 2 ਬੰਦੇ ਆਏ ਤੇ ਜਿਨ੍ਹਾਂ ਮਸਲਾਂ ਕਿ ਬਾਰਡਰ ਕ੍ਰਾਸ ਕਰਾਉਣਾ ਸੀ ਸਾਨੂੰ। ਉਹ ਆਂਦੇ ਨੇ ਤੁਸੀਂ ਲਾਈਨ ਸਿਰ ਬਣ ਕੇ ਨਾ ਸਾਡੇ ਨਾਲ ਤੁਰੀ ਜਾਣਾ ਤੇ ਬੋਲਣਾ ਨਹੀਂ ਹੈ। ਛੱਪੜ ਦੇ ਵਿੱਚ ਹਾਫਿਜ਼ ਜੀ ਗੋਡੇ ਜਿੰਨਾ ਪਾਣੀ ਹੈ ਜੀ, ਠੀਕ ਹੈ। ਤੇ ਬਰਫ਼ ਫੁੱਲ ਜੰਮੀ ਸੀ, ਠੀਕ ਹੈ। ਪੈਰ ਧਰਦੇ ਹਾਂ, ਬੂਟ ਪਾਏ ਹਨ, ਪੈਰ ਧਰਦੇ ਹਾਂ, ਪੈਰ ਵਿੱਚ ਖੁੱਬਦੇ ਹਨ। ਪੈਲੀ ਟੈਪ ਹੀ ਜਿੰਜ ਸਾਡੇ ਪਿੰਡਾਂ ਦੇ ਹਾਫਿਜ਼ ਪਿੰਡਾਂ ਥਾਵਾਂ ਤੇ ਛੱਪੜ ਹੁੰਦੇ ਨੇ, ਇੰਜ ਛੱਪੜ ਟੈਪ ਹੀ, ਠੀਕ ਹੈ। ਤੇ ਉਂਝ ਸਾਡੇ ਪਿੰਡਾਂ ਥਾਵਾਂ ਤੇ ਛੱਪੜ ਡੂੰਘੇ ਹੁੰਦੇ ਨੇ ਨਾ, ਉੱਥੇ ਡੂੰਘਾ ਨਹੀਂ ਸੀ, ਪੈਲੀ ਟੈਪ ਹੀ, ਠੀਕ ਹੈ। ਉੱਥੇ ਬਰਫ਼ ਪਈ ਸੀ ਤੇ ਬਰਫ਼ ਜੰਮੀ ਸੀ। ਤੇ ਅਸੀਂ ਪੈਰ ਧਰਦੇ ਹਾਂ, ਪੈਰ ਸਾਡਾ ਥੱਲੇ ਖੁੱਬ ਜਾਂਦਾ ਸੀ। 2 ਘੰਟੇ ਹਾਫਿਜ਼ ਜੀ ਲਗਾਤਾਰ, ਠੀਕ ਹੈ। 2 ਘੰਟੇ ਉਹਨਾਂ ਸਾਨੂੰ ਜਿਹੜਾ ਨਾ ਉਸ ਬਰਫ਼ ਵਾਲੇ ਪਾਣੀ ਦੇ ਵਿੱਚੋਂ ਹੀ ਤਰਾਇਆ। ਤੇ ਮੁੰਡੇ ਵਿੱਚ ਕਈ ਰੋਂਦੇ ਹਨ। ਬੂਟ ਗਿੱਲੇ ਹੋ ਗਏ ਤੁਹਾਡੇ ਸਾਰੇ? ਹਾਫਿਜ਼ ਜਦੋਂ ਇੰਨੇ ਨਾ ਪਾਣੀ ਹੋਣਾ ਤੇ ਬੂਟ ਕੀ ਪੈਰ ਹਾਰੇ ਸ਼ਹਿ ਗਿੱਲੇ, ਮੂੰਹ ਤੇ ਬਰਫ਼ ਵਾਲੇ ਪਾਣੀ ਦੇ ਵਿੱਚ। ਹਾਫਿਜ਼ ਜੀ ਜਦੋਂ ਬਰਫ਼ ਵਾਲੇ ਪਾਣੀ ਦੇ ਵਿੱਚ ਹਾਫਿਜ਼ ਜੀ ਬੰਦੇ ਨੇ 2 ਘੰਟੇ ਤੁਰਨਾ, ਬੰਦੇ ਦੀ ਆਤਮਾ ਰੁੱਲ ਜਾਂਦੀ ਹੈ। ਤੇ ਉਹਨਾਂ ਜਿਹੜਾ ਬੋਲਦਾ ਸੀ ਹਾਫਿਜ਼ ਜੀ ਉਹਨੂੰ ਐਡਾ ਲੰਮਾ ਨਾ ਡੰਡਾ ਫੜਿਆ ਸੀ, ਉੱਥੇ ਬੰਦਾ ਵੀ ਮਾਰ ਕੇ ਸੁੱਟ ਛੱਡਣ, ਉਹਨਾਂ ਦਾ ਕੁਛ ਨਹੀਂ ਬਣਦਾ ਹੈ, ਠੀਕ ਹੈ। 2 ਘੰਟੇ ਉਹਨਾਂ ਤੋੜ ਕੇ ਨਾ ਸਾਨੂੰ, ਠੀਕ ਹੈ। ਤੇ ਚਾਚੀ ਹੋਰੀ ਹਨ, ਚਾਚੇ ਨੂੰ ਕਦੀ ਉਹ ਤੋਂ ਫੜ ਲੈਂਦਾ ਸੀ ਲੱਕੀ ਬੱਟ, ਕਦੀ ਮੈਂ ਸਹਾਰਾ ਦੇ ਛੱਡਾਂ, ਕਦੀ ਹਾਫਿਜ਼ ਜੀ ਪਾਣੀ ਦੇ ਵਿੱਚ ਕੌਣ ਕਿਸੇ ਮਸਲਨ ਕਿ ਆਪਣੇ ਬੰਦਾ ਮਜਬੂਰ ਹੋਇਆ ਸੀ ਯਾਰ ਅਸੀਂ ਮਰਨ ਡੇ ਆ ਭੈਣ, ਕਿੱਥੇ ਕੀ ਬਣਨ ਡਿਆ ਸਾਡੇ ਨਾਲ। ਬਿਲਕੁਲ ਇਸ ਤਰ੍ਹਾਂ ਨਾਲ ਹੀ ਹਾਫਿਜ਼ ਜੀ ਅੱਗੇ ਇੱਕ ਪਿਆ ਸੀ, ਅੱਛਾ, ਠੀਕ ਹੈ। ਪੇ ਤੋਂ ਉਹ ਪਿਆ ਜਿਹੜਾ ਸੀ ਨਾ ਇਰਾਨ ਦਾ ਵੀ ਸੀ ਤੇ ਉਹ ਪਿਆ ਤੁਰਕੀ ਦਾ ਵੀ ਸੀ, ਠੀਕ ਹੈ। ਤੇ ਸਾਨੂੰ ਪੇ ਤੋਂ ਉਹਨੇ ਜਿਹੜਾ ਨਾ ਕੋਈ 15-20 ਕਦਮ ਉਹਨੇ ਸਾਨੂੰ ਪਿਛਾ ਛੱਪੜੀ ਦੇ ਵਿੱਚ ਉਹਨੇ ਬਿਠਾਇਆ, ਜਿਹੜਾ ਨਾ ਕਿ ਇੱਥੇ ਬਹਿਓ। ਅੱਛਾ, ਪੈਰਾਂ ਭਾਰ ਹਾਫਿਜ਼ ਜੀ ਉੱਥੇ ਬੈਠੇ ਰਹੇ ਅੱਧਾ ਘੰਟਾ, ਠੀਕ ਹੈ। ਜਦੋਂ
ਪਤਾ ਲੱਗਾ ਨਾ ਕੋਈ 11-12 ਦਾ ਕਿ 1 ਦਾ ਟਾਈਮ ਹੋਇਆ। ਅੱਛਾ ਫਿਰ ਨਾਲ ਹੀ ਉਹਨੇ ਵੇਖਿਆ ਹੁਣ ਕੋਈ ਸਿਸਟਮ ਤਾਂ ਨਹੀਂ ਹੈ। ਉਹਨੇ ਆਖਿਆ ਤੁਸੀਂ ਇਹ ਪਿਆ ਕ੍ਰਾਸ ਕਰਨਾ ਨਾ ਤੇ ਤੁਸੀਂ ਜੋ ਮੈਂ ਤੁਹਾਨੂੰ ਆਖਣਾ ਨਾ ਫੈਰ ਵੀ ਬੰਦੇ ਕੱਢਣਗੇ ਨਾ ਤੇ ਤੁਸੀਂ ਖਲੋਣਾ ਨਹੀਂ ਹੈ। ਫੈਰ ਵੀ ਕੱਢਣਗੇ ਨਾ ਫੌਜੀ ਤੁਰਕੀ ਦੇ ਜਾਂ ਇਰਾਨ ਦੇ ਫੌਜੀ ਫੈਰ ਵੀ ਕੱਢਣਗੇ, ਤੁਸੀਂ ਖਲੋਣਾ ਨਹੀਂ, ਤੁਸੀਂ ਦੌੜਦਿਆਂ ਜਾਣਾ। ਹਾਫਿਜ਼ ਜੀ ਕਿ ਤੁਹਾਨੂੰ ਪਤਾ ਕਈ ਬੰਦੇ ਬੰਦੇ ਨੇ ਆਪਣੇ ਵੱਲੋਂ ਹੁਸ਼ਿਆਰ ਆਉਂਦੇ ਨੇ ਅਸੀਂ ਅੱਗੇ ਰਵਾਂਗੇ ਤੇ ਅਸੀਂ ਪਹੁੰਚ ਜਾਵਾਂਗੇ, ਉਹਨਾਂ ਦੀ ਇਹ ਬੜੀ ਵੱਡੀ ਗਲਤ ਫਹਿਮੀ ਹੈ। ਅੱਛਾ ਬੰਦੇ ਨੂੰ ਅੱਗੇ ਨਹੀਂ ਰਹਿਣਾ ਚਾਹੀਦਾ, 5-6 ਜੀ ਜਾਂ 10-15 ਜੀ ਹਟਾਵਾਂ ਰਹਿਣਾ ਚਾਹੀਦਾ। ਪਹੁੰਚਦੇ ਸਾਰੇ ਹੀ ਨੇ, ਬਸ ਸਬਰ ਕਰਨਾ ਪੈਂਦਾ ਹਾਫਿਜ਼ ਜੀ। ਉਹਨੇ ਸਾਨੂੰ ਆਖਿਆ ਨਾਲ ਹੀ ਜਿਹੜਾ ਨਾ ਸਾਨੂੰ ਪੇਦ ਲਾਗੇ ਕਰਕੇ ਨਾ ਪਿਆ ਇੰਜ ਉੱਚਾ ਹੀ ਉੱਚਾ ਇੰਜ ਪਿਆ ਜਾਂਦਾ, ਫਿਰ ਨਾਲ ਹੀ ਅੱਗੋਂ ਥੱਲੇ ਢਲਾਈ ਆ ਜਾਂਦੀ ਸੀ ਤੇ ਸਾਈਡਾਂ ਦੇ ਪਹਾੜ ਹੀ ਪਹਾੜ ਹਨ। ਮਾਕੂ ਵਾਲੀ ਸਾਈਡ ਵੱਲੋਂ ਸਾਨੂੰ ਉਹਨੇ ਪਹਾੜੀ ਨਹੀਂ ਕਰਾਈ, ਕਾਨੇ ਵਾਲਾ ਰਸਤਾ। ਹਾਂਜੀ ਕਾਨੇ ਵਾਲਾ ਰਸਤਾ ਸੀ, ਕਾਨਿਆਂ ਦਾ ਰਸਤਾ ਸੀ। ਉਹ ਬੰਦਾ ਵੀ ਸਹੀ ਜਾਂਦਾ ਸੀ ਯਾਰ ਉੱਥੇ ਮਾਕੂ ਸੀਲ ਹੋ ਗਈ ਹੈ, ਮਗਰ ਸਾਨੂੰ ਕੀ ਅਸੀਂ ਤੇ ਬਸ ਨੀਅਤ ਕੀਤੀ ਸੀ ਜਾਣਾ ਹੀ ਜਾਣਾ ਮੈਂ, ਠੀਕ ਹੈ। ਤੇ ਫਿਰ ਹਾਫਿਜ਼ ਜੀ ਮਾਕੋ ਪਹਾੜੀ ਤੁਸੀਂ ਵੇਖੀ ਸੀ? ਮਾਕੋ ਪਹਾੜੀ ਹਾਫਿਜ਼ ਜੀ ਉੱਥੇ ਪਹਾੜੀਆਂ ਸਾਰਾ ਕੁਝ ਨਜ਼ਰ ਆਉਂਦਾ ਸੀ। ਨਹੀਂ ਉਹ ਪਹਾੜੀ ਨਹੀਂ ਵੇਖੀ ਜਿੰਦੇ ਉੱਤੇ ਸਵੇਰ ਟਾਈਮ ਵੀ ਅਗਰ ਤੁਸੀਂ ਝਾਤੀ ਮਾਰੋ ਤਾਂ ਬੱਦਲ ਫਿਰਦੇ ਹੁੰਦੇ ਸੀ ਪਹਾੜੀ ਦੇ ਦੁਆਲੇ? ਹਾਫਿਜ਼ ਜੀ ਹਰ ਸ਼ੈ ਹੀ ਨਜ਼ਰ ਆਉਂਦੀ ਹੈ ਜਦੋਂ ਬੰਦਾ ਇਹੋ ਜਿਹੇ ਸਫ਼ਰ ਤੇ ਨਿਕਲ ਜਾਂਦਾ ਨਾ, ਬੰਦੇ ਨੂੰ ਐਸੀ ਸ਼ੈ ਨਜ਼ਰ ਆਉਂਦੀ ਜਿਹੜੀ ਬੰਦੇ ਨੇ ਪਾਕਿਸਤਾਨ ਖਾਬ 'ਚ ਵੀ ਨਾ ਵੇਖੀ ਹੋਵੇ। ਤੇ ਫਿਰ ਹਾਫਿਜ਼ ਜੀ ਉਹਨੇ ਸਾਨੂੰ ਜਿਹੜਾ ਨਾ ਡੈਂਕਰ ਨੇ ਇਰਾਨੀ ਨੇ ਆਖਿਆ ਨੱਸੋ। ਬੰਦੇ ਜਿਹੜਾ ਨਾ ਉਹ ਜਦੋਂ ਚੜੇ ਨੇ ਨਾ ਪੇ ਦੇ ਉੱਤੇ ਹਾਫਿਜ਼ ਜਦੋਂ ਨਾ ਪਿਆ ਕ੍ਰਾਸ ਕੀਤਾ ਥੱਲੇ, ਯਕੀਨ ਨਹੀਂ ਤੁਸੀਂ ਕਰਨਾ ਉੱਥੇ ਪੱਥਰ ਹਨ ਥੱਲੇ, ਠੀਕ ਹੈ। ਉਹ ਕਈ ਮੁੰਡੇ ਉੱਥੇ ਡਿੱਗੇ, ਕਈਆਂ ਦੀਆਂ ਲੱਤਾਂ ਟੁੱਟੀਆਂ, ਸਿਰ ਪਾਟੇ। ਤੁਹਾਨੂੰ ਪਤਾ ਹਾਫਿਜ਼ ਜਦੋਂ ਅੱਗੇ ਬੰਦੇ ਜਦੋਂ ਭੱਜਦੇ ਨੇ, ਅੱਗੇ ਇੱਕ ਬੰਦੇ ਨੇ ਥੱਲੇ ਡਿੱਗ ਪੈਣਾ ਨਾ ਹੈ, ਫਿਰ ਨਾਲ ਹੀ ਪਿਛਲੇ ਬੰਦਿਆਂ ਨੇ ਉਹਨਾਂ ਦੇ ਉੱਤੇ ਉਹਨਾਂ ਇਹ ਕਿ ਨੇ ਆਖਣਾ ਅੱਗੇ ਬੰਦਾ ਡਿੱਗਾ, ਉਹਨਾਂ ਦੌੜੀ ਜਾਣਾ ਥੱਲੋਂ ਭਾਵੇਂ ਬੰਦਾ ਮਰ ਜੇ। ਉੱਥੇ ਅੱਲਾ ਜਾਣਦਾ ਕਿੰਨੇ ਬੰਦੇ ਰਹੇ ਹਨ, ਤੇ 2 ਰਹੇ ਹਨ, 3 ਰਹੇ ਹਨ ਜਾਂ ਕਿੰਨੇ ਰਹੇ ਹਨ, ਸਾਨੂੰ ਕੋਈ ਪਤਾ ਨਹੀਂ ਹੈ, ਠੀਕ ਹੈ। ਫਿਰ ਨਾਲ ਹੀ ਹਾਫਿਜ਼ ਜੀ ਅਸੀਂ ਦੌੜ ਲਾਈ, ਚਾਚੇ ਦਾ ਮੈਂ ਬੈਗ ਫੜਿਆ ਸੀ, ਮੈਂ ਆਪਣਾ ਵੀ ਬੈਗ ਫੜਿਆ ਸੀ, ਮੈਂ ਦੌੜ ਲਾਉਣ ਡਿਆ ਵਾਂ, ਠੀਕ ਹੈ। ਅਸੀਂ ਦੌੜਦੇ ਜਾਂਦੇ ਹਾਂ ਪਏ ਨਾਲ ਹੀ ਜਿਹੜਾ ਨਾ ਫੌਜੀ ਨੇ ਤਾਂ ਉਹਨੂੰ ਇੱਕ ਫੈਰ ਕੱਢਿਆ, ਵਾਮ ਨੇ ਹੋਰ ਸਪੀਡਾਂ ਦੀ ਵਿੱਚ ਦੌੜ, ਰਾਜ ਵੀ ਪੱਥਰ ਪਏ ਹਨ, ਰਾਜ ਵੀ ਬੰਦਿਆਂ ਨੂੰ ਬੜੇ ਠੇਡੇ ਲੱਗਦੇ ਹਨ, ਹਨੇਰੇ 'ਚ ਕੋਈ ਸ਼ੈ ਨਜ਼ਰ ਨਹੀਂ ਆਉਂਦੀ ਹੈ। ਉਹਨੇ ਦੂਸਰਾ ਫੈਰ ਕੱਢਿਆ, ਠੀਕ ਹੈ। ਜਦੋਂ ਹਾਫਿਜ਼ ਜੀ ਉਹਨੇ ਤੀਸਰਾ ਫੈਰ ਕੱਢਿਆ ਨਾ, ਮੈਂ ਦੋਵੇਂ ਹੀ ਬੈਗ ਸੁੱਟ ਕੇ ਮੈਂ ਦੌੜ ਲਾ ਦਿੱਤੀ। ਮੈਂ ਛੱਡੋ ਪਰਾਂ, ਇੱਥੇ ਪੈ ਗੋਲੀ ਵੱਜ ਗਈ, ਇੱਥੇ ਕੰਮ ਖਤਮ ਹੋ ਜਾਣਾ। ਹਾਫਿਜ਼ ਜੀ ਮੈਂ ਜਿਹੜਾ ਨਾ ਬੈਗ ਸੁੱਟ ਕੇ ਨਾ ਮੈਂ ਜਿਹੜਾ ਨਾ ਇੱਕ ਪਹਾੜੀ ਦੀ ਸਾਈਡ ਤੇ ਮੈਂ ਚੜ ਗਿਆ ਇਕੱਲਾ ਹੀ ਉਤਰਨ ਨੂੰ। ਇੱਕ ਦੋ ਮੁੰਡਾ ਥੋੜਾ ਜਿਹਾ ਚੜਿਆ, ਮੈਂ ਉਹਨਾਂ ਦੇ ਨਾਲ, ਮੈਂ ਕਿਹਾ ਉੱਤੇ ਚੜਨਾ। ਹਾਫਿਜ਼ ਜੀ ਇੱਕ ਅੱਧਾ ਘੰਟਾ ਘਰੇ ਮੈਂ 45 ਮਿੰਟ ਲਾ ਕੇ ਨਾ ਮੈਂ ਪਹਾੜੀ ਦੇ ਉੱਤੇ ਚੜਿਆ, ਤੇ ਉਹ ਪਤਾ ਨਹੀਂ ਐਡੀ ਕੁ ਵੱਡੀ ਪਹਾੜੀ ਸੀ। ਮੈਂ ਜਦੋਂ ਉੱਤੇ ਚੜਿਆ ਮੈਂ ਕਿਹਾ ਚਲੋ ਯਾਰ ਹੁਣ ਤੁਰਕੀ ਐਂਟਰ ਹੋ ਗਏ ਆ, ਨਾਲ ਹੀ ਜਿਹੜਾ ਦੂਸਰੇ ਮਸਲਨ ਕਿ ਪਿੰਡ ਦੇ ਵਿੱਚ ਹੀ ਮੈਂ ਵੜ ਜਾਵਾਂਗਾ। ਮੈਂ ਜਦੋਂ ਹਾਫਿਜ਼ ਜੀ ਪਹਾੜੀ ਦੇ ਉੱਤੇ ਚੜਿਆ ਨਾ, ਤੇ ਮੈਂ ਵੇਖਿਆ ਸਾਈਡਾਂ ਦੇ ਪਹਾੜ ਹੀ ਪਹਾੜ, ਠੀਕ ਹੈ, ਮਸਲਨ ਬਰਫਾਂ ਦੇ ਪਹਾੜ, ਤੇ ਮੈਂ ਹੁਣ ਮੇਰਾ ਕੀ ਬਣੇਗਾ। ਕੱਲਾ ਹੀ ਹੋ ਗਿਆ ਸੀ? ਮੈਂ ਕੱਲਾ ਹੀ ਹੋ ਗਿਆ ਹਾਂ। ਮਸਲਨ ਜਦੋਂ ਗੋਲੀ ਬੰਦੇ ਦੇ ਪਿੱਛੇ ਗੋਲੀ ਹੋਵੇ ਨਾ, ਵੱਡੇ ਤੋਂ ਵੱਡੇ ਪਹਿਲਵਾਨ ਦੀ ਵੀ ਥੱਲੇ ਜਿਹੜਾ ਨਾ ਹਰ ਕੰਮ ਹੋ ਜਾਂਦਾ ਹਾਫਿਜ਼ ਜੀ। ਅੱਛਾ। ਤੇ ਫਿਰ ਜਿਹੜਾ ਨਾ ਹਾਫਿਜ਼ ਜੀ ਹੁਣ ਸਾਈਡਾਂ ਤੇ ਵੇਖਾਂ, ਮੈਂ ਉੱਚੀ ਆਵਾਜ਼ ਨਾਲ ਰੌਲਾ ਵੀ ਪਾਇਆ, ਮੈਂ ਉਹ ਕਿੱਥੇ ਗਏ ਹੋ। ਮੈਂ ਉੱਥੇ 10-15 ਮਿੰਟ ਬੈਠਾ ਰਿਹਾ, ਜਦੋਂ ਕੋਈ ਵੀ ਨਾ ਆਇਆ ਹੈ, ਮੈਂ ਲੱਗਦਾ ਬੰਦੇ ਗਾਂਹ ਪਿਛਾਂ ਹੋ ਗਏ ਨੇ। ਤੇ ਫਿਰ ਹਾਫਿਜ਼ ਜੀ ਮੈਂ ਘੰਟਾ ਲਾ ਕੇ ਨਾ ਮੈਂ ਥੱਲੇ ਉਤਰਦਾ ਆਇਆ, ਤੇ ਮੈਂ ਵੇਖ ਕੇ ਮੈਨੂੰ ਡਰ ਹੁੰਦਾ ਸੀ, ਮੈਂ ਕਿਹਾ ਯਾਰ ਇੱਥੇ ਹੁਣ ਮਾਰ ਕੇ। ਮੈਂ ਫਿਰ ਹਾਫਿਜ਼ ਜੀ ਬੰਦਾ ਜਿੱਡਾ ਮਰਜੀ ਸਖਤ ਦਿਲ ਹੋਵੇ ਨਾ, ਤੇ ਬੰਦੇ ਨੂੰ ਗੋਲੀ ਦਾ ਉਹ ਹੁੰਦਾ ਅਸਰ ਹੁੰਦਾ, ਗੋਲੀ ਵੱਜਦੀ ਬੰਦਾ ਇੱਕਦਮ ਮਰ ਜਾਂਦਾ। ਉਹ ਪਹਾੜੀ ਤੋਂ ਮੈਂ ਰਿੜਦਾ ਆਉਣਾ ਸੀ, ਤੇ ਮੈਂ ਉੱਥੇ ਹੌਲੀ ਹੌਲੀ ਕਰਕੇ ਮਰਨਾ ਸੀ, ਤਰਫ ਕੇ ਮਰਨਾ ਸੀ, ਤੇ ਮੈਂ ਉੱਥੇ ਰੋਣ ਲੱਗ ਪਿਆ ਹਾਫਿਜ਼ ਜੀ। ਮੈਂ ਕਿੱਥੇ ਇੰਨੇ ਪੈਸੇ ਖੰਨੇ ਨੇ ਜੇ ਮੈਂ 22 ਈਅਰ ਵੀ ਤੁਰਕੀ ਨਹੀਂ ਜਾ ਸਕਦਾ। ਮੈਂ ਬੜੇ ਮੇਰੇ ਦਿਲ 'ਚ ਗੱਲਾਂ ਆਈਆਂ, ਮੈਂ ਕੀਤੀਆਂ ਗੱਲਾਂ ਹਾਫਿਜ਼ ਜੀ। ਫਿਰ ਮੈਂ ਉੱਥੋਂ ਘੰਟਾ ਡੇਢ ਲਾ ਕੇ ਨਾ ਫਿਰ ਮੈਂ ਥੱਲੇ ਆਇਆ, ਮਗਰ ਤੁਰਕੀ ਦਾ ਵੀਜ਼ਾ ਲੱਗਦਾ ਹੀ ਨਹੀਂ ਹੈ, ਮੈਂ ਵੀ ਗਲਤ ਹਾਂ ਹਾਫਿਜ਼ ਜੀ ਉਸ ਟਾਈਮ। ਅੱਛਾ। ਤੇ ਮੈਂ ਜਿਹੜਾ ਨਾ ਉੱਤੋਂ ਪਹਾੜੀ ਤੋਂ ਮੈਂ ਥੱਲੇ ਆਇਆ, ਮੈਂ ਘੰਟਾ ਲਾ ਕੇ ਮੈਂ ਸਕੂਨ ਦੇ ਨਾਲ ਮੈਂ ਥੱਲੇ ਆਇਆ ਨਾ, ਅੱਗੋਂ ਮੈਨੂੰ ਇੱਕ ਬੰਦਾ ਨਾ ਉਰਾਂ ਨੂੰ ਆਉਂਦਾ ਮੈਨੂੰ ਨਜ਼ਰ ਆਇਆ। ਮੈਂ ਪੁਲਿਸ ਵਾਲਾ ਹੋਇਆ, ਮੈਂ ਥੱਲੋਂ ਵੱਟਾ ਫੜ ਲਿਆ, ਮੈਂ ਪੁਲਿਸ ਵਾਲਿਆਂ ਨੂੰ ਇੱਟ ਮਾਰ ਦੇਣੀ। ਮੈਂ ਜਦੋਂ ਹਾਫਿਜ਼ ਜੀ ਜਦੋਂ ਫੁੱਲ ਮੇਰੇ ਕੋਲ ਆਇਆ ਨਾ ਹੈ, ਤੇ ਉਹ ਮੁੰਡਾ ਸੀ ਉਹ ਸਾਡੇ ਨਾਲ ਗੇਮ ਦੇ ਵਿੱਚ ਹੀ ਮੋਟਾ ਜਿਹਾ, ਤੇ ਉਹ ਐਂ ਤੁਰਦਾ ਹੈ ਪਿਆ ਸ਼ਦਾਈ ਟੈਪ ਦੇ ਨਾਲ। ਅੱਛਾ। ਫੁੱਲ ਥੱਕਿਆ ਸੀ। ਮੈਂ ਤਾਂ ਕਿੱਥੇ ਆਂਦਾ ਯਾਰ ਬੰਦੇ ਪਤਾ ਨਹੀਂ ਕਿੱਥੇ ਤੁਰ ਗਏ ਨੇ, ਪਤਾ ਹੀ ਨਹੀਂ ਲੱਗਾ ਉਹਨਾਂ ਦਾ। ਮੈਂ ਚੱਲ ਤੁਰ ਹੁਣ ਤੂੰ ਮੇਰੇ ਨਾਲ, ਅਸੀਂ ਆ ਪਹਾੜੀ ਦੇ ਨਾਲ ਤੁਰਨਾ ਵੇ, ਤੇ ਅਸੀਂ ਇਨਸ਼ਾਅੱਲਾ ਪਹੁੰਚਾਂਗੇ, ਠੀਕ ਹੈ। ਤੇ ਮੈਂ ਹਾਫਿਜ਼ ਜੀ ਤੇ ਉਹ ਮੁੰਡਾ ਬੈਗ ਨਾ ਫੜ ਕੇ ਲਿਆਂਦੇ ਫਿਰ ਆਪਣੇ? ਹਾਫਿਜ਼ ਜੀ ਕੋਈ ਸ਼ੈ ਨਹੀਂ ਹੈ ਕੋਲ ਇਸ ਟਾਈਮ, ਮੌਤ ਦਿਖਾਈ ਦੇਣ ਡਈ ਸੀ, ਕੋਈ ਚੀਜ਼ ਨਹੀਂ ਨਜ਼ਰ ਆਉਣ ਡਈ ਹੈ, ਸਵਾਏ ਹੀ ਆਂਦੇ ਅਸੀਂ ਫੜੇ ਨਾ ਜਾਈਏ ਬਸ। ਹੁਣ ਪਾਸਪੋਰਟ ਮੇਰੀ ਜੇਬ ਦੇ ਵਿੱਚ ਹੀ, ਜਿਹੜਾ ਪਾਸਪੋਰਟ ਸੀ ਨਾ ਜਿਹੜਾ ਇਰਾਨ ਦਾ ਵੀਜ਼ਾ ਲਵਾਇਆ ਸੀ, ਪਾਸਪੋਰਟ ਮੇਰੀ ਜੇਬ ਦੇ ਵਿੱਚ ਹੀ। ਤੇ ਫਿਰ ਤਕਰੀਬਨ ਹਾਫਿਜ਼ ਜੀ ਅਸੀਂ ਉੱਥੇ ਤੁਰਦੇ ਰਹੇ, ਪਹਾੜੀ ਦੇ ਨਾਲ ਤੁਰਦੇ ਰਹੇ। ਇੱਕ ਨਾਲਾ ਸੀ ਬੜਾ ਵੱਡਾ, ਠੀਕ ਹੈ, ਉਹਦੇ ਵਿੱਚੋਂ ਅਸੀਂ ਪਾਣੀ ਪੀਤਾ ਹੋਵੇ, ਠੀਕ ਹੈ। ਫਿਰ ਉੱਥੋਂ ਅਸੀਂ ਗਾਂਹ ਤੁਰੇ ਆ, ਠੀਕ ਹੈ, ਅਸੀਂ ਚੌਂਕੀ ਕ੍ਰਾਸ ਕੀਤੇ। ਮੈਂ ਕਿਹਾ ਯਾਰ ਉਹ ਮੁੰਡਾ ਜਿਹੜਾ ਆਂਦਾ ਮੈਂ ਅੱਗੇ ਵੀ ਇੱਥੇ 2 ਸਾਲ ਤੁਰਕੀ 'ਚ ਰਹਿ ਗਿਆ ਵਾਂ, ਤੇ ਮੈਨੂੰ ਜ਼ਬਾਨ ਆਉਂਦੀ ਹੈ,
ਆਂਦਾ ਟੈਨਸ਼ਨ ਨਾ ਲੈ, ਇੱਥੇ ਰਾਤ ਨੂੰ ਪਹਾੜੀਆਂ 'ਚ ਸੌਂ ਜਾਂਦਾ ਆ ਤੇ ਸਵੇਰੇ ਇੱਥੇ ਬੱਕਰੀਆਂ ਚਰਾਉਣ ਵਾਲਾ ਆਵੇਗਾ, ਉਹਦੇ ਨਾਲ ਮੈਂ ਗੱਲਬਾਤ ਕਰਕੇ ਨਾ ਤੇ ਅਸੀਂ ਜਿਹੜਾ ਨਾ ਉੱਥੇ ਅਨਕਰਾ ਸ਼ਹਿਰ ਹੈ, ਕੀ ਸ਼ਹਿਰ ਦਾ ਨਾਮ ਹੈ, ਉੱਥੇ ਅਸੀਂ ਪਹੁੰਚ ਜਾਵਾਂਗੇ। ਠੀਕ ਹੈ, ਸਾਡੀ ਪੇਮੈਂਟ ਵੀ ਬਚ ਜਾਏਗੀ। ਅੱਛਾ ਮੈਂ ਕਿਹਾ ਪੇਮੈਂਟ ਨਹੀਂ ਬਚਣੀ ਹੈ, ਮੈਂ ਗਰੰਟੀ ਰਹਾ ਕੇ ਆਇਆ ਪਾਕਿਸਤਾਨ। ਤੇ ਫਿਰ ਜਿਹੜਾ ਨਾ ਹਾਫਿਜ਼ ਜੀ ਮੈਂ ਹੁਣ ਮੈਂ ਕਿਹਾ ਯਾਰ ਮੇਰੇ ਕੋਲ ਪਾਸਪੋਰਟ ਹੈ, ਮੈਂ ਤੁਰਕੀ ਵਾਲਿਆਂ ਫੜਿਆ, ਉਹਨਾਂ ਮੈਨੂੰ ਪਾਕਿਸਤਾਨ ਪਿੱਛੇ ਡਿਪੋਰਟ ਕਰ ਛੱਡਣਾ। ਆਂਦਾ ਪਾਸਪੋਰਟ ਹੈ ਨਾਲੇ ਸੁੱਟ। ਮੈਂ ਉਸੇ ਟਾਈਮ ਪਾਸਪੋਰਟ ਕੱਢਿਆ, ਮੈਂ ਪਾੜ ਪੂੜ ਕੇ ਨਾ ਹਾਫਿਜ਼ ਜੀ ਹੁਣ ਮੈਂ ਸੱਟਿਆ ਉਸ ਨਾਲੇ ਦੇ ਵਿੱਚ। ਮੇਰੇ ਕੋਲ ਸ਼ਨਾਖਤੀ ਕਾਰਡ ਦੀ ਰੰਗੀਨ ਕਾਪੀ ਸੀ, ਮੈਂ ਉਹ ਵੀ ਸੱਟੀ ਹੈ ਪਾਣੀ 'ਚ। ਮੈਂ ਕੋਲ ਕੋਈ ਸਬੂਤ ਨਹੀਂ ਰੱਖਣਾ ਹੈ ਜਿਹਦੀ ਵਜ੍ਹਾ ਨਾਲ ਮੈਨੂੰ ਫੜ ਕੇ ਡਿਪੋਰਟ ਕਰਨ ਪਾਕਿਸਤਾਨ ਡਿਪੋਰਟ ਨਹੀਂ ਕਰਦੇ ਹੈ ਜਿਨ੍ਹਾਂ ਜਦੋਂ ਸਬੂਤ ਪਾਕਿਸਤਾਨ ਸਾਡੇ ਕੋਲ ਨਿਕਲ ਆਵੇ ਨਾ ਤੇ ਫਿਰ ਬੰਦੇ ਨੂੰ ਰਿਪੋਰਟ ਕਰ ਛੱਡਦੇ ਨੇ। ਫਿਰ ਹਾਫਿਜ਼ ਜੀ ਉੱਥੋਂ ਅਸੀਂ ਤੁਰਦੇ ਰਹੇ ਹਾਂ ਤੇ ਰਾਹ ਦੇ ਵਿੱਚ ਉਹ ਸਾਨੂੰ ਬੰਦੇ ਨਹੀਂ ਲੱਭੇ ਹੈ, ਜਿਹੜੇ ਸਾਡੇ ਕੋਲ ਵਿਛੜੇ ਹਨ ਉਹ ਬੰਦੇ ਸਾਨੂੰ ਨਹੀਂ ਲੱਭੇ ਹੈ। ਅੱਛਾ ਜੀ। ਅਸੀਂ ਤੁਰਦੇ ਰਹੇ ਹਾਂ ਤੇ ਹਾਫਿਜ਼ ਜੀ ਰਾਹ ਦੇ ਵਿੱਚ ਸਾਨੂੰ ਕੁੱਤੇ ਪਏ ਨੇ, ਐਡੇ ਐਡੇ ਵੱਡੇ ਪੈਂਟਰ ਕੁੱਤੇ ਹਨ, ਉਹ ਦੂਰੋਂ ਭੱਜਦੇ ਆਏ ਨੇ। ਠੀਕ ਹੈ, ਤੇ ਉਹ ਮੁੰਡਾ ਐਡਾ ਜਣਾ ਜਵਾਨ ਸੀ, ਮੇਰੇ ਨਾਲ ਵੱਡਾ ਸੀ, ਤੇ ਉਹ ਮੇਰੇ ਪਿੱਛੇ ਲੁਕੇ। ਉਹ ਮੈਂ ਨਾਲ ਲੱਦਿਆ ਬੰਦਿਆ ਕੀ ਕਰਨਾ ਪਿਆ, ਡਰਨਾ ਵੀ ਪਿਆ ਬਾਰ-ਬਾਰ। ਮੈਨੂੰ ਕੁੱਤਿਆਂ ਦੇ ਕੁੱਤੇ ਆ ਗਏ ਫੁੱਲ ਕੋਲ ਤੇ ਮੈਨੂੰ ਕੁੱਤਿਆਂ ਦੇ ਅੱਗੇ ਕਰੇ ਤੇ ਆਪੀ ਪਿੱਛੇ ਹੋਈਏ। ਮੈਂ ਇੱਥੇ ਖਲੋਇਆ ਨੱਸੀ ਨਾ, ਕੁੱਤੇ ਨਹੀਂ ਤੈਨੂੰ ਪੈਣਗੇ। ਅੱਛਾ। ਫਿਰ ਨਾਲੇ ਹਾਫਿਜ਼ ਜੀ ਰਾਹ 'ਚ ਬੜੇ ਕੁੱਤੇ ਪਏ ਨੇ, ਅਗਲੇ ਪਾਸੇ ਗਏ, ਪਿੰਡ ਥਾਂ ਗਏ, ਮਤਲਬ ਕਿ ਅਸੀਂ ਪਹਾੜਾਂ ਦੇ ਵਿੱਚ ਹੀ ਤੁਰਦੇ ਹਾਂ। ਫਿਰ ਦੂਰ ਪਿੰਡ ਨਜ਼ਰ ਆਉਂਦੇ ਹਨ ਤੇ ਜਿਨ੍ਹਾਂ ਦੇ ਪਹਾੜਾਂ ਦੇ ਲਾਗੇ ਘਰ ਹਨ, ਵੇਲੀਆਂ ਬਣੀਆਂ ਹਨ, ਉਹਨਾਂ ਨੇ ਕੁੱਤੇ ਰੱਖੇ ਹਨ ਤੇ ਉਹ ਪੈਂਦੇ ਹਨ। ਅੱਛਾ ਜੀ। ਫਿਰ ਹਾਫਿਜ਼ ਜੀ ਮੱਠੀ ਜਿਹੜਾ ਨਾ ਬਰਫ਼ਬਾਰੀ ਸ਼ੁਰੂ ਹੋ ਗਈ। ਠੀਕ ਹੈ, ਬਰਫ਼ ਮਾੜੀ ਪੈਣ ਲੱਗ ਪਈ। ਅਸੀਂ ਪੈਲੀਆਂ ਦੇ ਵਿੱਚੋਂ ਫਿਰ ਪਹਾੜੀ ਕ੍ਰਾਸ ਕਰਕੇ ਨਾ ਪਹਾੜੀਆਂ ਮਤਲਬ ਖਤਮ ਹੋ ਗਈਆਂ, ਫਿਰ ਅਸੀਂ ਪੈਲੀਆਂ 'ਚ ਤੁਰਨ ਲੱਗ ਪਏ। ਸਾਨੂੰ ਰੋਡ ਨਜ਼ਰ ਆਉਣ ਲੱਗ ਪਿਆ ਸੀ। ਫਿਰ ਗੱਡੀਆਂ ਆਉਂਦੀਆਂ ਜਾਂਦੀਆਂ ਸੀ। ਮੈਂ ਕਿਹਾ ਰੋਡ ਦੇ ਉੱਤੇ ਨਹੀਂ ਚੜਨਾ ਤੇ ਇਹਦੇ ਨਾਲ ਹੀ ਅਸੀਂ ਤੁਰਨੇ ਆ। ਤਕਰੀਬਨ 2 ਕਿਲੋਮੀਟਰ ਦਾ ਫਾਸਲਾ ਰੱਖਣਾ, 1-2 ਮਿੰਟ ਦਾ। ਅਸੀਂ ਫਿਰ ਤੁਰਨ ਲੱਗ ਪਏ ਹਾਂ। ਪੈਲੀਆਂ ਦੇ ਵਿੱਚੋਂ ਬਰਫ਼ ਪੈਣ ਡਈ ਸੀ, ਸਾਡੇ ਬੂਟ ਸਾਰੇ ਭਰ ਕੇ ਤੇ ਸਾਡੇ ਕੋਲ ਤੁਰਿਆ ਨਾ ਜਾਵੇ। ਮੈਂ ਹੁਣ ਅਸੀਂ ਫੁੱਲ ਜਦੋਂ ਮੈਂ ਹੁਣ 4-5 ਘੰਟੇ 3-4 ਮਸਲ ਘੰਟੇ ਅਸੀਂ ਤੁਰ ਕੇ ਮੈਂ ਹੁਣ ਅਸੀਂ ਫੁੱਲ ਹਾਰ ਗਏ। ਮੈਂ ਹੁਣ ਪਤਾ ਕੀ ਕਰਨਾ, ਸੜਕ ਤੇ ਚੜ੍ਹਨੇ ਆ। ਮੇਰੀ ਜੇਬ ਦੇ ਵਿੱਚ ਮਸਲਨ ਕਿ ਮੈਂ ਕਿਹਾ ਮੇਰੇ ਕੋਲ ਥੋੜ੍ਹੇ ਬਹੁਤੇ ਪੈਸੇ ਹਨ, ਟੈਨਸ਼ਨ ਨਹੀਂ ਲੈਣੀ ਹੈ। ਤੇ ਮੈਂ ਟੈਕਸੀ ਖਿਲਾਰਾਂਗਾ, ਬੂਟ ਸ਼ੂਟ ਸਾਫ਼ ਕਰ, ਗੱਡੀ 'ਚ ਬਵਾਂਗੇ ਤੇ ਜਾਵਾਂਗੇ ਅੱਗੇ। ਮੈਂ ਰੋਡ ਤੇ ਚੜਿਆ, ਮੈਂ ਕਿਹਾ ਤੂੰ ਥੱਲੇ ਬਹਿ। ਮੈਂ ਰੋਡ ਤੇ ਚੜਿਆ, ਮੈਂ ਟੈਕਸੀ ਵਾਲੇ ਨੂੰ ਹੱਥ ਖੜਾਇਆ, ਉਹਨੇ ਗੱਡੀ ਖਿਲਾਰੀ ਹਾਫਿਜ਼ ਜੀ। ਅੱਛਾ। ਤੇ ਉਹਨੇ ਜਿਹੜਾ ਨਾ ਅਸੀਂ ਗੱਡੀ 'ਚ ਬੈਠੇ ਹਾਂ, ਉਹਨੂੰ ਮੈਂ 20 ਲੀਰੇ ਦਿੱਤੇ ਨੇ। ਠੀਕ ਹੈ, ਮੈਂ ਇਰਾਨ ਦੇ ਵਿੱਚ ਹਾਂ, ਮੈਂ ਪੈਸੇ ਚੇਂਜ ਕਰਾਏ ਹਨ, ਇਰਾਨੀਆਂ ਕੋਲ ਲੈ ਕੇ ਲੀਰੇ ਲਏ ਹਨ, ਪਾਕਿਸਤਾਨ ਤੁਰਕੀ ਦੇ ਲੀਰੇ ਲਏ ਹਨ। ਤੇ ਹਾਫਿਜ਼ ਜੀ ਉਹ ਗੱਡੀ ਦੇ ਵਿੱਚ ਅਸੀਂ ਬੈਠੇ ਹਾਂ। ਠੀਕ ਹੈ, ਗੱਡੀ ਜਿਹੜੀ ਹੈ ਨਾ ਚੱਲੀ ਹੈ ਤਕਰੀਬਨ ਮੇਰੇ ਖਿਆਲ ਨਾਲ ਉਹਨੇ 5 ਜਾਂ 10 ਕਿਲੋਮੀਟਰ ਉਹਨੇ ਚਲਾਈ ਹੋਣੀ ਹੈ। ਨਾਲ ਹੀ ਪੈਟਰੋਲ ਪੰਪ ਤੇ ਜਿਹੜਾ ਸਾਨੂੰ ਦੋਵਾਂ ਲੱਛ ਜਾਂਦਾ ਪੁਲਿਸ ਪ੍ਰੋਬਲਮ। ਆਹੀ ਆਖਿਆ ਹੋਰ ਸਾਡੇ ਕੋਲ ਪੈਸੇ ਲੈ ਲੈ, ਸਾਨੂੰ ਗਾਂ ਲਾਈ ਜਾਂਦਾ। ਨੋ ਪੁਲਿਸ ਆਂਦਾ ਜੇਲ੍ਹ। ਮੈਂ ਸਹੀ ਆ। ਅਸੀਂ ਫਿਰ ਹਾਫਿਜ਼ ਜੀ ਉੱਥੇ ਉਤਰੇ, ਪੈਟਰੋਲ ਪੰਪ ਮੁੰਡੇ ਨੂੰ ਸਮਾਨ ਆਉਂਦੀ ਸੀ, ਇੱਕ ਬਾਬਾ ਆਉਂਦੇ ਬਾਬੇ ਨੂੰ ਆਂਦਾ ਅਸੀਂ ਜਾਣਾ ਉੱਥੇ ਤੇ ਚੌਂਕੀ ਪੁਲਿਸ ਕੋਲ ਅਸੀਂ ਬਚ ਕੇ ਜਾਣਾ ਤੇ ਅਸੀਂ ਕਿੱਥੇ ਦੋਗੋ ਬਿਆਸ ਜਾਣਾ। ਦੋਗੋ ਬਿਆਸ ਤੋਂ ਅੱਗੇ ਇੱਕ ਸ਼ਹਿਰ ਹੈ, ਅਸੀਂ ਉੱਥੇ ਜਾਣਾ ਹੈ। ਅੱਛਾ। ਠੀਕ ਹੈ, ਦੋਗੋ ਬਿਆਸ ਤੇ ਪਹੁੰਚੇ ਨਹੀਂ ਤੇ ਦੋਗੋ ਬਿਆਸ ਹੀ ਹਾਫਿਜ਼ ਜੀ ਅਸੀਂ ਪਹੁੰਚੇ ਨਹੀਂ ਹੈ। ਤੇ ਫਿਰ ਜਿਹੜਾ ਨਾ ਹਾਫਿਜ਼ ਜੀ ਇਹ ਅਸੀਂ ਉੱਥੋਂ ਉਹਨੇ ਆਖਿਆ ਪੈਟਰੋਲ ਪੰਪ ਦੇ ਨਾਲ ਇੱਕ ਨਾਲਾ ਸੀ, ਬਰਫ਼ ਪੈਣ ਡਈ ਸੀ, ਬਰਫ਼ਬਾਰੀ ਹੋਣ ਡਈ ਤੇ ਅਸੀਂ ਆਂਦਾ ਤੇ ਨਾਲ ਤੁਰੀ ਜਾਓ, ਤੁਸੀਂ ਪੁਲਿਸ ਚੌਂਕੀ ਤੁਹਾਡੇ ਕੋਲ ਕ੍ਰਾਸ ਹੋਈ ਹੈਗੀ। ਤੇ ਹਾਫਿਜ਼ ਜੀ ਅਸੀਂ ਨਾਲ ਜਿਹੜਾ ਦੋਵੇਂ ਅਸੀਂ ਤੁਰੀ ਜਾਣ ਡੇ ਹਾਂ। ਬਰਫ਼ ਫੁੱਲ ਬਰਫ਼ਬਾਰੀ ਤੇਜ਼ ਹੋਣ ਲੱਗ ਪਈ, ਕੱਪੜੇ ਗਿੱਲੇ ਹੋ ਗਏ। ਪੰਪ ਤੋਂ ਕੁਛ ਲੈ ਕੇ ਨਾ ਖਾਦੀ ਹਾਫਿਜ਼ ਜੀ ਪੰਪ ਚੋਂ ਕੀ ਸ਼ਾਇਦ ਲੈ ਖਾਣੇ ਸੀ, ਸਾਰਾ ਕੁਝ ਬੰਦ ਸੀ। ਹੁਣ ਰਾਤੀ 2-3-4 ਵਜੇ ਨਾਲ ਦੁਕਾਨਾਂ ਦੀ ਨਾ ਖੁੱਲੀਆਂ ਹੁੰਦੀਆਂ ਹਾਫਿਜ਼ ਜੀ। ਤੇ ਫਿਰ ਜੇ ਪੈਟਰੋਲ ਪੰਪ ਤੇ ਉੱਥੇ ਤੁਹਾਨੂੰ ਪਤਾ ਮਸ਼ੀਨ ਕਾਰਡ ਨੇ, ਹੁਣ ਮੁਲਕਾਂ ਦੇ ਵਿੱਚ ਸਾਡੇ ਪਾਕਿਸਤਾਨ ਦਾ ਹਿਸਾਬ ਤੇ ਨਹੀਂ ਨਾ ਹੈ, ਭਾਜੀ 50 ਦਾ ਪੈਟਰੋਲ ਪਾਇਆ। ਆਹੋ। ਤੇ ਫਿਰ ਜਿਹੜਾ ਨਾ ਹਾਫਿਜ਼ ਜੀ ਅਸੀਂ ਤੁਰੇ ਹਾਂ ਤੇ ਅੱਗੇ ਨਾਲ ਹੀ ਮਕਾਨ ਸ਼ੁਰੂ ਹੋ ਗਏ ਨੇ ਜਿਹੜੇ ਅਸੀਂ ਛੱਤਾਂ ਵਾਲੇ ਹਾਂ। ਤੇ ਮੁੰਡਾ ਮੈਨੂੰ ਆਂਦਾ ਯਾਰ ਇੱਥੇ ਸੌਂ ਜਾਂਦੇ ਆ, ਸਾਡੇ ਤੁਰ ਕੇ ਬੱਸ ਹੋ ਗਈ ਤੇ ਸਵੇਰੇ ਜਿਹੜਾ ਨਾ ਅਸੀਂ ਇੱਥੋਂ ਨਿਕਲਾਂਗੇ। ਮੈਂ ਜਿੰਨੀ ਤੇਰੀ ਮਰਜ਼ੀ ਜਿੰਨੀ ਤੂੰ ਆਣਾ। ਠੀਕ ਹੈ, ਅਸੀਂ ਉੱਥੇ ਬੈਠੇ ਹਾਂ, ਅੰਦਰ ਅਸੀਂ ਗਏ ਮਕਾਨ ਦੇ ਵਿੱਚ ਲੁੱਕ ਗਏ ਜਾ ਕੇ। ਅਸੀਂ ਉੱਥੇ ਸਾਰੀ ਰਾਤ ਇੰਝ ਬੈਗ ਕਰ ਛੜੀ, ਇੰਝ ਠਰਦੇ ਹਾਂ, ਬਰਫ਼ ਬਾਹਰ ਹੋਣ ਡਈ ਸੀ, ਕੱਪੜੇ ਸਾਡੇ ਫੁੱਲ ਗਿੱਲੇ ਹੋ ਗਏ ਹਨ ਤੇ ਇੰਝ ਅਸੀਂ ਕੰਮਦੇ ਹਾਂ ਪਏ। ਠੀਕ ਹੈ, ਨਾਲ ਹੀ ਫਿਰ ਹਾਫਿਜ਼ ਜੀ ਜਦੋਂ ਅਸੀਂ ਸੁੱਤੇ ਅਸੀਂ ਕੋਈ ਨਹੀਂ ਹੈ, ਨੀਂਦਰ ਕਿੱਥੋਂ ਆਉਂਦੀ ਹੈ, ਮੁਸ਼ਕਿਲ ਹਾਲਾਤ ਦੇ ਵਿੱਚ ਨੀਂਦਰ ਕਿਸੇ ਨੂੰ ਵੀ ਨਹੀਂ ਆਉਂਦੀ ਹੈ। ਅੱਛਾ। ਫਿਰ ਹਾਫਿਜ਼ ਜਦੋਂ ਹੋਇਆ ਨਾ 8-9 ਦਾ ਟਾਈਮ, ਮੈਂ ਕਿਹਾ ਉੱਠ ਤਾਂ ਮਤਲਬ ਮੈਂ ਹਿਲਾਇਆ, ਮੈਂ ਕਿਹਾ ਉਹ ਇੰਝ ਸੌਂ ਗਿਆ ਸੀ। ਮੈਂ ਉਹਨੂੰ ਹਿਲਾਇਆ, ਮੈਂ ਕਿਹਾ ਉੱਠ ਚੱਲੀਏ। ਅੱਛਾ। ਤੇ ਆਂਦਾ ਯਾਰ ਖਲੋਈਆ ਆਈਏ, ਬਰਫ਼ ਪੈਣ ਡਈ। ਮੈਂ ਕਿਹਾ ਉੱਠ ਤਾਂ ਚੱਲੀਏ ਪੁਰ ਕਰਾ। ਤੇ ਉਹਨੂੰ ਮੈਂ ਕੱਢਿਆ ਬਾਹਰ ਤੇ ਅਸੀਂ ਤੁਰਨਾ ਸ਼ੁਰੂ ਹੋਏ ਆ। ਅੱਗੇ ਨਾਲ ਹੀ ਹਾਫਿਜ਼ ਜੀ ਛੋਟੇ ਪਿੰਡ ਸ਼ੁਰੂ ਹੋ ਗਏ ਨੇ। ਅੱਛਾ। ਮੈਂ ਸੜਕ ਤੇ ਨਹੀਂ ਚੜਨਾ ਹੈ, ਪਿੰਡ ਦੇ ਵਿੱਚੋਂ ਦੀ ਤੁਰੀ ਜਾ ਤੇ ਇੰਝ ਤੁਰ ਕੇ ਤੇ ਪਤਾ ਲੱਗੇ ਕਿ ਵਾਮ ਨੂੰ ਪਤਾ ਆਇਆ ਨਾ ਲੱਗੇ ਕਿ ਇੱਥੇ ਰਹਿੰਦੇ ਨੇ ਜਾਂ ਚੋਰ ਨੇ ਜਾਂ ਡੈਂਕੀ ਲਾਉਣ ਜਾਂ ਕੀ ਕਰਨ ਦੇ ਨੇ। ਰਿਲੈਕਸ ਹੋ ਕੇ ਤੁਰ, ਸ਼ੱਕ ਨਾ ਹੋਏ ਕਿਸੇ ਕਿਸਮ ਨੂੰ ਕਿਸੇ ਦਾ ਵੀ। ਤੇ ਫਿਰ ਹਾਫਿਜ਼ ਜੀ ਅਸੀਂ ਤੁਰ ਕੇ ਅਸੀਂ ਨਾਲ ਹੀ ਜਿਹੜਾ ਨਾ ਸੜਕ ਤੇ ਚੜ੍ਹੇ ਹਾਂ। ਮੈਂ ਹੁਣ ਸੜਕ ਤੇ ਚੜੀਏ। ਅੱਛਾ। ਨਾਲ ਹੀ ਬੱਚਿਆਂ ਦਾ ਸਕੂਲ ਸੀ ਤੇ ਉੱਥੋਂ ਹਾਫਿਜ਼ ਜੀ ਅਸੀਂ ਤੁਰਨੇ ਆ ਪਏ। ਉਹਦਾ ਮੁੰਡੇ ਦਾ ਜਿਹੜਾ ਉੱਥੋਂ ਪੈਰ ਤਿਲਕਿਆ ਪੈਰ ਬੁੰਡ ਥੱਲੇ ਵੱਜੀ। ਨਾਲ ਹੀ ਬੰਦੇ ਜਿਹੜੇ ਸਾਡਾ ਤੋਂ ਬੰਦੇ ਜਿਹੜੇ ਨੇ ਹੱਸਣ ਲੱਗ ਪਏ, ਮੈਂ ਵੀ ਹੱਸਣ ਲੱਗ ਪਿਆ। ਮੈਂ ਉੱਠ ਕੀ ਹੋ ਗਿਆ ਜੀ। ले जी नाजरीन, बड़ी कमाल की स्टोरी जा रही है। तो उमैर भी ये भी पहुंच गए हैं तुर्की। तो ये इनका सफ़र है दोगो ब्यास की तरफ। तो इंशाल्लाह नेक्स्ट पार्ट में मिलते हैं। फिर दोगो ब्यास ये कैसे पहुंचे, कौन सी मुश्किलात का सामना करना पड़ा,
तो बहुत शुक्रिया, थैंक यू आपका, आपने जो है ना वो टाइम निकाला और उमर भाई की स्टोरी जो सुन रहे हैं, फॉलो कर रहे हैं इन्हें टिकटॉक पर भी। तो बाकी जो दोस्त नए आए हैं वो प्लीज़ ज़रा हाँ जी, चैनल एक को। और शेर मैं दोस्तों को सुनाना चाहना। अच्छा, हमें अपनों ने लूटा, गैरों में कहाँ दम था। हमें अपनों ने लूटा, गैरों में कहाँ दम कहाँ था। दम मेरी था। कश्ती वहां डूबी जहां पानी कम था। ओए होए। बिल्कुल सही है कि जब सारे निकल गए, आप वहाँ पे गुम हो गए, भटक गए और हाँ जी, लोगों हाँ ने जी। आपको जो है ना वो सहारा भी नहीं दिया, तो वो चाचा भी निकल गया आपसे। तो बाकी चलो, अल्लाह खैर करे। तो इंशाल्लाह मिलते हैं जनाब नेक्स्ट वीडियो में। हमें इजाज़त, अल्लाह हाफिज़।